ਚੈਪਟਰ आओ हुण असीं आपां गिणती दे चौथे चैप्टर दे विच चलीए और हुण इत्थे आके प्रभु ने जिहड़ी सारी लेवी दे परिवार दीआं ਵੱਖਰੀਆਂ ਵੱਖਰੀਆਂ ਡਿਊਟੀਆਂ ਲਾਉਣੀਆਂ और उसका कारण ਅਸੀਂ ਬਾਅਦ ਦੇ ਵਿੱਚ ਦੇਖਦੇ ਹਾਂ। ਸੋ ਆਓ ਅਸੀਂ ਪਹਿਲਾਂ ਇਸ ਨੂੰ ਇੱਕ ਆਇਤ ਤੋਂ ਲੈ ਕੇ 17 ਆਇਤ ਤੱਕ ਸੌਰੀ 20 ਆਇਤ ਤੱਕ ਪਹਿਲਾਂ ਦੇਖੀਏ ਜਿਸ ਨੂੰ मैं पढ़ती पासी। प्रभु ने मूसा ਨੂੰ ਕਿਹਾ ਤੂੰ ਲੇਵੀ ਦੇ ਕਬੀਲੇ ਵਿੱਚੋਂ ਕਹਾਤੀ ਕੁਲ ਦੇ ਸਭ ਟੱਬਰਾਂ ਦੇ ਆਦਮੀਆਂ ਜੋ 30 ਸਾਲਾਂ ਤੋਂ ਲੈ ਕੇ 50 ਸਾਲਾਂ ਦੀ ਉਮਰ ਦੇ ਹਨ ਅਤੇ ਤੰਬੂ ਦਾ ਕੰਮ ਪ੍ਰਭੂ ਦੇ ਸਾਹਮਣੇ ਕਰ ਸਕਦੇ ਹਨ ਗਿਣਤੀ ਕਰ। ਇਹਨਾਂ ਦੇ ਜਿੰਮੇ ਬਹੁਤ ਹੀ ਪਵਿੱਤਰ ਸੇਵਾ ਦਾ ਕੰਮ ਹੈ। ਫਿਰ ਜਦੋਂ ਡੇਰੇ ਪੁੱਟੇ ਜਾਣ ਤਾਂ ਹਾਰੂਨ ਅਤੇ ਉਸਦੇ ਪੁੱਤਰ ਤੰਬੂ ਦੇ ਅੰਦਰ ਜਾ ਕੇ ਬੂਹੇ ਦਾ ਪਰਦਾ ਲਾ ਕੇ ਉਸ ਵਿੱਚ ਨੇਮ ਦੇ ਸੰਦੂਕ ਨੂੰ ਲਪੇਟਣ। ਇਸ ਉੱਤੇ ਉਹ ਬੱਕਰੀਆਂ ਦੀਆਂ ਖੱਲਾਂ ਪਾ ਕੇ ਉਸ ਉੱਤੇ ਨੀਲੇ ਰੰਗ ਦਾ ਕੱਪੜਾ ਵਿਛਾਉਣ। ਤਦ ਉਹ ਉਸਦੇ ਕੁੰਡਿਆਂ ਵਿੱਚ ਚੁੱਕਣ ਵਾਲੀਆਂ ਚੋਭਾਂ ਪਾਉਣ। ਇਸੇ ਤਰ੍ਹਾਂ ਉਹ ਭੇਟ ਦੀ ਰੋਟੀ ਵਾਲੇ ਮੇਜ਼ ਉੱਤੇ ਵੀ ਨੀਲਾ ਕੱਪੜਾ ਵਿਛਾਉਣ ਅਤੇ ਉਸ ਉੱਤੇ ਸਭ ਭਾਂਡੇ, ਥਾਲੀਆਂ, ਕੌਲੀਆਂ, ਗੜਵੇ ਅਤੇ ਪੀਣ ਵਾਲੀ ਭੇਟ ਵਾਲੇ ਦੂਜੇ ਭਾਂਡੇ ਰੱਖਣ। ਉਸ ਉੱਤੇ ਹਮੇਸ਼ਾ ਰੋਟੀ ਰੱਖੀ ਰਹੇ। ਤਦ ਉਸ ਉੱਤੇ ਉਹ ਗੁਲਾਨਾਰੀ ਰੰਗ ਦਾ ਕੱਪੜਾ ਵਿਛਾ ਕੇ ਉਸਨੂੰ ਬੱਕਰੀਆਂ ਦੀਆਂ ਖੱਲਾਂ ਨਾਲ ਢੱਕ ਦੇਣ। ਇਹ ਸਭ ਹੋ ਚੁੱਕਣ ਤੇ ਫਿਰ ਉਹ ਉਸਦੇ ਕੁੰਡਿਆਂ ਵਿੱਚ ਚੁੱਕਣ ਵਾਲੀਆਂ ਚੋਭਾਂ ਪਾਉਣ। ਤਦ ਉਹ ਲੋਅ ਕਰਨ ਵਾਲੀ ਸ਼ਮਾਦਾਨ ਨੂੰ ਅਤੇ ਉਸਦੇ ਨਾਲ ਬਾਕੀਆਂ ਦੀਆਂ ਸੇਵਾ ਵਿੱਚ ਆਉਣ ਵਾਲੀਆਂ ਸਭ ਚੀਜ਼ਾਂ, ਦੀਵੇ, ਗੁੱਲ, ਤਰਾਸ਼, ਗੁਲਦਾਨ ਅਤੇ ਤੇਲ ਵਾਲੇ ਭਾਂਡੇ ਨੂੰ ਨੀਲੇ ਕੱਪੜੇ ਨਾਲ ਲਪੇਟ ਕੇ ਅਤੇ ਉਹਨਾਂ ਸਭ ਤੇ ਬੱਕਰੇ ਦੀਆਂ ਖੱਲਾਂ ਪਾ ਕੇ ਚੁੱਕਣ ਵਾਲੀ ਕੜਵੰਜੀ ਉੱਤੇ ਰੱਖ ਦੇਣ। ਫਿਰ ਉਹ ਸੋਨੇ ਦੀ ਬੇਦੀ ਉੱਤੇ ਨੀਲਾ ਕੱਪੜਾ ਵਿਛਾ ਕੇ ਉਸਨੂੰ ਬੱਕਰੀਆਂ ਦੀਆਂ ਖੱਲਾਂ ਨਾਲ ਢੱਕ ਦੇਣ ਅਤੇ ਉਸਦੇ ਕੁੰਡਿਆਂ ਵਿੱਚੋਂ ਦੀ ਚੁੱਕਣ ਵਾਲੀਆਂ ਚੋਭਾਂ ਪਾਉਣ। ਇਸ ਦੇ ਪਿੱਛੋਂ ਪਵਿੱਤਰ ਥਾਂ ਦੇ ਅੰਦਰ ਸੇਵਾ ਵਿੱਚ ਆਉਣ ਵਾਲੇ ਸਭ ਭਾਂਡਿਆਂ ਨੂੰ ਨੀਲੇ ਕੱਪੜੇ ਵਿੱਚ ਲਪੇਟ ਕੇ ਅਤੇ ਉਹਨਾਂ ਉੱਤੇ ਬੱਕਰੀਆਂ ਦੀਆਂ ਖੱਲਾਂ ਪਾ ਕੇ ਉਹਨਾਂ ਨੂੰ ਚੁੱਕਣ ਵਾਲੀ ਕੜਵੰਜੀ ਉੱਤੇ ਰੱਖ ਦੇਣ। ਤਦ ਉਹ ਬੇਦੀ ਤੋਂ ਸਾਰੀ ਸਵਾਹ ਸਾਫ਼ ਕਰਕੇ ਉਸ ਉੱਤੇ ਵੈਂਗਣੀ ਰੰਗ ਦਾ ਕੱਪੜਾ ਵਿਛਾ ਦੇਣ ਅਤੇ ਉਸ ਉੱਤੇ ਸੇਵਾ ਵਿੱਚ ਆਉਣ ਵਾਲੀ ਬੇਦੀ ਦਾ ਸਾਰਾ ਸਮਾਨ ਅਤੇ ਸਭ ਦੂਜੀਆਂ ਚੀਜ਼ਾਂ, ਅੰਗੀਠੀਆਂ, ਚਿਮਟੇ, ਕੜਛੇ ਅਤੇ ਬਾਟੇ ਆਦਿ ਰੱਖ ਦੇਣ। ਫਿਰ ਉਸ ਤੇ ਬੱਕਰੀਆਂ ਦੀਆਂ ਖੱਲਾਂ ਪਾ ਕੇ ਉਸ ਦੇ ਕੁੰਡਿਆਂ ਵਿੱਚ ਚੁੱਕਣ ਵਾਲੀਆਂ ਚੋਭਾਂ ਪਾ ਦੇਣ। ਸੋ ਇਸ ਤਰ੍ਹਾਂ ਡੇਰੇ ਦੇ ਕੂਚ ਸਮੇਂ ਜਦੋਂ ਹਾਰੂਨ ਅਤੇ ਉਸਦੇ ਪੁੱਤਰ ਪਵਿੱਤਰ ਥਾਂ ਅਤੇ ਉਸ ਦੇ ਸਾਰੇ ਸਮਾਨ ਨੂੰ ਢੱਕ ਦੇਣ ਤਾਂ ਕਹਾਤ ਦੀ ਕੁਲ ਦੇ ਲੋਕ ਆ ਕੇ ਉਸ ਨੂੰ ਚੁੱਕਣ। ਪਰ ਉਹ ਕਿਸੇ ਪਵਿੱਤਰ ਚੀਜ਼ ਨੂੰ ਨਾ ਛੂਹਣ ਜਿਸ ਦੇ ਕਾਰਨ ਤੇ ਉਹ ਮਰ ਸਕਦੇ ਹਨ। ਇਹ ਸਭ ਕੰਮ ਹਨ ਜੋ ਕਹਾਤੀ ਕੁਲ ਦੇ ਲੋਕਾਂ ਦੀ ਜ਼ਿੰਮੇ ਹਨ। ਪੁਰੋਹਿਤ ਹਾਰੂਨ ਦੇ ਪੁੱਤਰ ਅਲਆਜ਼ਾਰ ਦੀ ਜ਼ਿੰਮੇ ਤੰਬੂ ਦੀ ਸਾਰੀ ਦੇਖਭਾਲ ਦਾ ਕੰਮ ਹੈ। ਦੀਵਿਆਂ ਦੇ ਤੇਲ, ਧੂਪ, ਮੈਦੇ ਦੀ ਭੇਂਟ, ਅਭਿਸ਼ੇਕ ਦੇ ਤੇਲ ਅਤੇ ਪਵਿੱਤਰ ਥਾਂ ਦੇ ਬਾਕੀ ਦੇ ਸਾਰੇ ਸਮਾਨ ਦੀ ਦੇਖਭਾਲ ਦੀ ਜ਼ਿੰਮੇਵਾਰੀ ਹੈ। ਪ੍ਰਭੂ ਨੇ ਮੂਸਾ ਅਤੇ ਹਾਰੂਨ ਨੂੰ ਅੱਗੇ ਕਿਹਾ, ਤੁਸੀਂ ਕਹਾਤੀ ਕੁਲ ਦੇ ਲੋਕਾਂ ਦਾ ਨਾਸ਼ ਨਾ ਹੋਣ ਦੇਣਾ। ਇਸ ਦੇ ਲਈ ਹਾਰੂਨ ਅਤੇ ਉਸਦੇ ਪੁੱਤਰ ਜਾ ਕੇ ਹਰ ਕਹਾਤੀ ਕੁਲ ਦੇ ਲੋਕਾਂ ਵਿੱਚ ਸਾਰਾ ਕੰਮ ਵੰਡ ਦੇਣ ਅਤੇ ਹਰ ਇੱਕ ਨੂੰ ਉਸਦੀ ਜ਼ਿੰਮੇਵਾਰੀ ਸਮਝਾ ਦੇਣ। ਕੋਈ ਕਹਾਤੀ ਤੰਬੂ ਦੇ ਅੰਦਰ ਜਾ ਕੇ ਕਿਸੇ ਪਵਿੱਤਰ ਚੀਜ਼ ਤੇ ਝਾਤੀ ਵੀ ਨਾ ਮਾਰੇ, ਨਹੀਂ ਤਾਂ ਉਹ ਮਾਰ ਸਕਦਾ ਹੈ। ਆਮੀਨ। ਸੋ ਹੁਣ ਅਸੀਂ ਇਹ ਦੇਖਿਆ ਕਿ ਜਿਹੜਾ ਪ੍ਰਭੂ ਨੇ ਕੰਮ ਵੰਡ ਦਿੱਤਾ ਲੇਵੀ ਦੇ ਸਾਰੇ ਕਬੀਲੇ, ਕਿਉਂਕਿ ਜੇ ਇਕੱਲਾ ਹਾਰੂਨ ਨੂੰ ਕਹਿ ਦਿੰਦਾ ਕਿ ਆਹ ਕੰਮ ਇਸ ਤਰ੍ਹਾਂ ਕਰਨੇ ਆ ਤੇ ਆਹ ਕੰਮ ਇਸ ਤਰ੍ਹਾਂ ਕਰਨੇ ਆ, ਤੇ ਇਹ ਹੋ ਸਕਦਾ ਸੀ ਕਿ ਲੇਵੀ ਦੇ ਖਾਨਦਾਨ ਦੇ ਵਿੱਚੋਂ ਇੱਕ ਘਰਾਨਾ ਸਾਰੇ ਚੀਜ਼ਾਂ ਤੇ ਕੰਟਰੋਲ ਕਰ ਲੈਂਦਾ ਔਰ ਉਹ ਸਾਰਿਆਂ ਦੇ ਉੱਤੇ ਬਾਦਸ਼ਾਹ ਬਣ ਕੇ ਪੈ ਜਾਂਦਾ। ਪਰ ਪ੍ਰਭੂ ਨੇ ਇਸ ਤਰ੍ਹਾਂ ਨਹੀਂ ਹੋਣ ਦਿੱਤਾ। ਉਸਨੇ ਲੇਵੀ ਦੇ ਕਬੀਲਿਆਂ ਨੂੰ 4 ਹਿੱਸਿਆਂ ਦੇ ਵਿੱਚ ਵੰਡ ਕੇ ਤੇ ਉਹਨਾਂ ਨੂੰ ਉਹਨਾਂ ਦੀਆਂ ਜੌਬਾਂ ਦਿੱਤੀਆਂ। ਹਾਂ, ਹਾਈ ਪ੍ਰੀਸਟ ਜਿਹੜਾ ਆਉਂਦਾ ਸੀਗਾ ਉਹ ਜ਼ਰੂਰ ਹਾਰੂਨ ਦੇ ਕਬੀਲੇ ਦੇ ਵਿੱਚੋਂ ਆਉਂਦਾ ਸੀ ਔਰ ਉਹ ਬੇਸਿਕਲੀ ਮੂਸਾ ਦੇ ਕਰਕੇ ਸੀ। ਖਾਸ ਜਿਹੜਾ ਰੀਜ਼ਨ ਸੀ ਉਹ ਮੂਸਾ ਸੀ। ਮੂਸਾ ਦੇ ਕਰਕੇ ਜਿਹੜਾ ਹਾਈ ਪ੍ਰੀਸਟ ਸੀਗਾ ਉਹ ਹਮੇਸ਼ਾ ਮੂਸਾ ਦੇ ਬਾਪ ਦੇ ਖਾਨਦਾਨ ਦੇ ਵਿੱਚੋਂ ਆਉਂਦਾ ਸੀ। ਔਰ ਮੂਸਾ ਨੂੰ ਪ੍ਰਭੂ ਨੇ ਹਾਈ ਪ੍ਰੀਸਟ ਕਿਉਂ ਨਹੀਂ ਬਣਾਇਆ? ਕਿਉਂਕਿ ਮੂਸਾ ਨੇ ਜਿਹੜਾ ਸੀਗਾ ਉਹ ਜਿਸ ਵੇਲੇ ਅਸੀਂ ਉਸਨੂੰ ਦੇਖਿਆ ਮਿਦਿਆਨ ਦੀ ਧਰਤੀ ਦੇ ਉੱਤੇ ਗਿਆ, ਮਿਦਿਆਨ ਦੀ ਧਰਤੀ ਦੇ ਉੱਤੇ ਜਾ ਕੇ ਉਸਨੇ ਉੱਥੇ ਮਿਦਿਆਨੀ ਕੁੜੀ ਦੇ ਨਾਲ ਵਿਆਹ ਕਰਾਇਆ, ਉੱਥੋਂ ਬੱਚੇ ਹੋ ਗਏ। ਤਾਂ ਪ੍ਰਭੂ ਨੇ ਉਸਨੂੰ ਕਿਹਾ ਕਿ ਜਿਸੇ ਦਰਸ਼ਨ ਦੇ ਕੇ ਕਿਹਾ ਕਿ ਮੈਂ ਤੈਨੂੰ ਮੰਗਦਾ ਕਿ ਤੂੰ ਮੇਰਿਆਂ ਲੋਕਾਂ ਨੂੰ ਕੱਢ ਕੇ ਲੈ ਕੇ ਆਏ। ਉਸਨੇ ਕਿਹਾ ਮੈਂ ਕੌਣ ਹੁੰਦਾ ਜਿਹੜਾ ਉਹਨਾਂ ਨੂੰ ਕੱਢ ਕੇ ਲੈ ਕੇ ਆਵਾਂ? ਜੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੇਰਾ ਨਾਮ ਕੀ ਆ,
ਤੇ ਮੈਂ ਉਹਨਾਂ ਨੂੰ ਕੀ ਦੱਸਾਂਗਾ? ਤਾਂ ਪ੍ਰਭੂ ਨੇ ਕਿਹਾ ਕਿ ਤੂੰ ਉਹਨਾਂ ਨੂੰ ਦੱਸ ਦੇ ਕਿ ਮੈਂ ਹਾਂ ਜੋ ਮੈਂ ਹਾਂ, ਮੈਂ ਤੈਨੂੰ ਕਰ ਲਿਆ। ਅੱਛਾ, ਫਿਰ ਕਹਿੰਦਾ ਕਿ ਉਸਨੇ ਫਿਰ ਉਸ ਤੋਂ ਬਾਅਦ ਫਿਰ ਬਹਾਨਾ ਬਣਾਇਆ ਕਿ ਮੈਂ ਤਾਂ ਥਥੜਾ ਹਾਂ। ਉਹ ਕਹਿੰਦਾ ਤੇਰੇ ਲਈ ਤੇਰਾ ਭਰਾ ਹਾਰੂਨ ਬੋਲੇ। ਔਰ ਜਿੰਨੀ ਦੇਰ ਤੱਕ ਉਹ ਬਹਾਨੇ ਪਾਉਂਦਾ ਚਲਾ ਗਿਆ, ਵਿੱਚ ਉਸਨੇ ਕਿਹਾ ਕਿ ਮੈਂ ਉਹਨਾਂ ਨੂੰ ਕਿਹੜੇ ਨਿਸ਼ਾਨ ਦਿਖਾਊਂਗਾ। ਪ੍ਰਭੂ ਨੇ ਉਸਨੂੰ ਨਿਸ਼ਾਨ ਵੀ ਦੇ ਦਿੱਤੇ। ਫਿਰ ਉਹ ਕਹਿੰਦਾ ਕਿਸੇ ਹੋਰ ਨੂੰ ਕਰ ਦੇ, ਮੇਰੇ ਕੋਲ ਇਹ ਕੰਮ ਨਹੀਂ ਹੋਣਾ। ਤਾਂ ਮੈਂ ਥਥਲਾ। ਉਸਨੇ ਕਿਹਾ ਤੇਰੇ ਲਈ ਤੇਰਾ ਭਰਾ ਹਾਰੂਨ ਬੋਲੇ। ਸੋ ਉੱਥੋਂ ਜਿਹੜੀ ਇਹ ਉਸਦੇ ਭਰਾ ਹਾਰੂਨ ਨੂੰ ਇਹ ਬਰਕਤ ਮਿਲ ਗਈ। ਸੋ ਹੁਣ ਹਾਰੂਨ ਦੇ ਜਿਹੜੇ ਪੁੱਤਰ, ਅਸੀਂ ਦੇਖਿਆ ਕਿ ਉਸਦੇ 2 ਪੁੱਤਰ ਮਰ ਚੁੱਕੇ ਆ, 2 ਪੁੱਤਰ ਉਸਦੇ ਜਿਉਂਦੇ ਆ। ਸੋ ਉਹਨਾਂ ਨੂੰ ਇਹ ਸਾਰਾ ਜਿਹੜੀ ਜ਼ਿੰਮੇਵਾਰੀ ਆ ਹੁਣ ਬਾਕੀ ਦੇ ਦਿੱਤੀ। ਲੇਕਿਨ ਲੇਵੀ ਦਾ ਖਾਨਦਾਨ ਜਿਹੜਾ ਆਪਣਾ, ਉਹ ਬਹੁਤ ਵੱਡਾ ਹੈ, ਜਿਸ ਨੂੰ ਪ੍ਰਭੂ ਨੇ 4 ਹਿੱਸਿਆਂ ਦੇ ਵਿੱਚ ਵੰਡਿਆ। ਸੋ ਸਭ ਤੋਂ ਪਹਿਲਾਂ ਜਿਹੜਾ ਕਹਾਥੀ ਦਾ ਜਿਹੜਾ ਕੁੱਲ ਆ, ਉਸ ਨੂੰ ਪ੍ਰਭੂ ਨੇ ਜਿਹੜੇ ਅੰਦਰ ਦਾ ਜਿਹੜਾ ਸਾਰਾ ਸਮਾਨ ਆ ਮੰਦਰ ਦਾ, ਉਹ ਸੰਭਾਲਣ ਦੇ ਵਿੱਚ ਗਿਆ। ਜਿਸ ਲਈ ਅਤ ਪਵਿੱਤਰ ਜਗ੍ਹਾ ਤੇ ਜਾਣਾ, ਉੱਥੇ ਜਾਣਾ ਪਹਿਲਾਂ ਹਾਰੂਨ ਦੇ ਪੁੱਤਰਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਲਪੇਟਣਾ। ਸੋ ਜਿਸ ਲਈ ਪਰਦਾ ਉਸ ਬੇਦੀ ਦੇ ਆਲੇ ਦੁਆਲੇ ਲਪੇਟ ਹੋ ਗਿਆ, ਤੇ ਉਹ ਬੇਦੀ ਫਿਰ ਵੀ ਪਰਦੇ ਦੇ ਵਿੱਚ। ਔਰ ਇਸੇ ਤਰ੍ਹਾਂ ਹਰ ਇੱਕ ਜਿਹੜੀ ਚੀਜ਼ ਆ ਉਸ ਨੂੰ ਲਪੇਟਿਆ ਗਿਆ, ਉਹਨਾਂ ਚੀਜ਼ਾਂ ਵਿੱਚ ਹੀ ਲਪੇਟਿਆ ਗਿਆ ਜਿਹੜੀਆਂ ਚੀਜ਼ਾਂ ਤੰਬੂ ਦੇ ਉੱਤੇ। ਸੋ ਉੱਥੇ ਅਸੀਂ ਦੇਖਦੇ ਪਏ ਕਿ ਪ੍ਰਭੂ ਦੀ ਬੇਦੀ ਹਾਲੇ ਵੀ ਪਰਦੇ ਦੇ ਵਿੱਚ, ਜਿਹੜਾ ਉਹ ਧੂਫਦਾਨ ਆ ਉਹ ਹਾਲੇ ਵੀ ਪਰਦੇ ਦੇ ਵਿੱਚ ਆ। ਸ਼ਮਾਦਾਨ ਜਿਹੜਾ ਆ ਉਸ ਨੂੰ ਵੀ ਪ੍ਰਭੂ ਨੇ ਪਰਦੇ ਦੇ ਵਿੱਚ ਰੱਖਿਆ ਆ। ਜਿਹੜੀਆਂ ਅੰਦਰ ਪਵਿੱਤਰ ਚੀਜ਼ਾਂ ਆ ਉਹ ਸਾਰੀਆਂ ਪਰਦੇ ਦੇ ਵਿੱਚ ਆ, ਔਰ ਉਸੇ ਪਰਦੇ ਦੇ ਵਿੱਚ ਉਹਨਾਂ ਨੂੰ ਲਪੇਟ ਕੇ ਉਹਨਾਂ ਨੇ ਹੁਣ ਲੈ ਕੇ ਅੱਗੇ ਚੱਲਣਾ। ਲੇਕਿਨ ਜਿਹੜਾ ਚੁੱਕਣਾ ਆ ਉਸ ਨੂੰ ਪ੍ਰਭੂ ਨੇ ਕਿਹਾ ਕਿ ਉਸ ਨੂੰ ਕਹਾਥ ਦਾ ਜਿਹੜਾ ਖਾਨਦਾਨ ਆ, ਇਹ ਉਹਨਾਂ ਦੀ ਜ਼ਿੰਮੇਵਾਰੀ। ਔਰ ਇੱਥੇ ਇੱਕ ਬੜੀ ਪਿਆਰੀ ਚੀਜ਼ ਆਈ, ਉਸਨੂੰ ਕਿਹਾ ਕਿ ਮੇਕ ਸ਼ੋਰ ਕਿ ਕਹਾਥ ਦਾ ਖਾਨਦਾਨ ਕਦੀ ਖਤਮ ਨਾ ਹੋਵੇ। ਔਰ ਇਹਦੇ ਵਿੱਚ ਇੱਕ ਇਸ਼ਾਰਾ ਵੀ ਹੈ ਕਿ ਇਹ ਜਿਹੜਾ ਕੰਮ ਮੈਂ ਲੇਵੀ ਦੇ ਖਾਨਦਾਨ ਦੇ ਵਿੱਚ ਵੰਡਿਆ ਆ, ਇਸ ਨੂੰ ਏਦਾਂ ਹੀ ਰਹਿਣ ਦਿਓ, ਇਸ ਨੂੰ ਇਸੇ ਤਰ੍ਹਾਂ ਚੱਲਦਾ ਰਹਿਣ ਦਿਓ। ਸੋ ਅੱਗੇ ਅਸੀਂ ਜਾ ਕੇ ਦੇਖਣਾ ਕਿ ਗੈਰਸੋਨ ਦੇ ਕਬੀਲੇ ਤੇ ਮਰਾਰੀ ਦੇ ਕਬੀਲੇ ਦੇ ਲਈ ਤੇ ਉਸਨੇ ਇਹ ਨਹੀਂ ਕਹਿਣਾ, ਜਿਹੜਾ ਉਹਨਾਂ ਦੇ 2 ਕੁੱਲ ਆ 4 ਦੇ ਵਿੱਚੋਂ, ਉਹਦੇ ਲਈ ਕਹਿਣਾ ਨਹੀਂ, ਲੇਕਿਨ ਸੇਮ ਚੀਜ਼, ਉਹ ਹਰ ਇੱਕ ਦਾ ਇੱਕ ਆਪਣਾ ਆਪਣਾ ਕੰਮ। ਸੋ ਆਓ ਹੁਣ ਅਸੀਂ ਦੇਖੀਏ ਇਸ ਨੂੰ 21 ਆਇਤ ਤੋਂ ਲੈ ਕੇ ਅਸੀਂ ਜਾਵਾਂਗੇ 33 ਆਇਤ ਤੱਕ। ਗੇਰਸ਼ੋਨ ਦੇ ਕੁੱਲ ਦੀ ਜ਼ਿੰਮੇਵਾਰੀ। ਪ੍ਰਭੂ ਨੇ ਮੂਸਾ ਨੂੰ ਕਿਹਾ, ਗੇਰਸ਼ੋਨੀ ਕੁੱਲ ਦੇ ਸਭ ਟੱਬਰਾਂ ਦੇ ਆਦਮੀਆਂ ਜੋ 30 ਸਾਲਾਂ ਤੋਂ ਲੈ ਕੇ 50 ਸਾਲਾਂ ਦੀ ਉਮਰ ਦੇ ਹਨ ਅਤੇ ਜੋ ਤੰਬੂ ਦਾ ਕੰਮ ਪ੍ਰਭੂ ਦੇ ਸਾਹਮਣੇ ਕਰ ਸਕਦੇ ਹਨ, ਗਿਣਤੀ ਕਰੀ। ਉਹਨਾਂ ਦੇ ਜਿੰਮੇ ਇਹਨਾਂ ਚੀਜ਼ਾਂ ਨੂੰ ਸੰਭਾਲਣ ਦਾ ਕੰਮ ਹੈ: ਸੰਗਤ ਦਾ ਤੰਬੂ, ਇਸ ਦੇ ਅੰਦਰਲੇ ਅਤੇ ਬਾਹਰਲੇ ਪਰਦੇ, ਚਮੜੇ ਦਾ ਪਰਦਾ, ਬੂਹੇ ਦਾ ਪਰਦਾ, ਬਾਹਰਲੇ ਵਿਹੜੇ ਦੀਆਂ ਕਨਾਤਾਂ, ਬਾਹਰਲੇ ਵਿਹੜੇ ਦੇ ਫਾਟਕ ਦੇ ਬੂਹੇ ਦਾ ਪਰਦਾ, ਕਨਾਤਾਂ ਦੇ ਰੱਸੇ ਅਤੇ ਇਹਨਾਂ ਦੇ ਨਾਲ ਸੰਬੰਧਿਤ ਬਾਕੀ ਦਾ ਸਭ ਸਮਾਨ। ਇਹਨਾਂ ਚੀਜ਼ਾਂ ਨਾਲ ਸੰਬੰਧਿਤ ਸਾਰਾ ਕੰਮ ਉਹਨਾਂ ਦੇ ਜਿੰਮੇ ਹੈ। ਮੂਸਾ, ਹਾਰੂਨ ਅਤੇ ਉਸਦੇ ਪੁੱਤਰ ਇਹ ਸਾਰਾ ਕੰਮ ਗੇਰਸ਼ੋਨ ਦੇ ਕੁੱਲ ਦੇ ਲੋਕਾਂ ਵਿੱਚ ਵੰਡਣ ਅਤੇ ਦੇਖਣ ਕਿ ਉਹ ਇਸ ਨੂੰ ਠੀਕ ਤਰ੍ਹਾਂ ਨਾਲ ਕਰਨ ਵੀ। ਸੋ ਇਹ ਤੰਬੂ ਦੇ ਨਾਲ ਸੰਬੰਧਿਤ ਇਹਨਾਂ ਕੌਮਾਂ ਦੀ ਜ਼ਿੰਮੇਦਾਰੀ ਗੇਰਸ਼ੋਨ ਦੇ ਕੁੱਲ ਦੇ ਲੋਕਾਂ ਦੀ ਹੈ ਅਤੇ ਉਹ ਇਸ ਨੂੰ ਪੁਰੋਹਿਤ ਹਾਰੂਨ ਦੇ ਪੁੱਤਰ ਈਥਾਮਾਰ ਦੀ ਅਗਵਾਈ ਵਿੱਚ ਕਰਨ। ਮਰਾਰੀ ਦੇ ਕੁੱਲ ਦੇ ਲੋਕਾਂ ਦੀ ਜ਼ਿੰਮੇਵਾਰੀ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਮਰਾਰੀ ਦੇ ਕੁੱਲ ਦੇ ਸਭ ਟੱਬਰਾਂ ਦੇ ਆਦਮੀਆਂ ਜੋ 30 ਸਾਲਾਂ ਤੋਂ ਲੈ ਕੇ 50 ਸਾਲਾਂ ਦੀ ਉਮਰ ਦੇ ਹਨ ਅਤੇ ਜੋ ਤੰਬੂ ਦਾ ਕੰਮ ਪ੍ਰਭੂ ਦੇ ਸਾਹਮਣੇ ਕਰ ਸਕਦੇ ਹਨ, ਗਿਣਤੀ ਕਰ। ਉਹਨਾਂ ਦੇ ਜਿੰਮੇ ਤੰਬੂ ਦੀਆਂ ਇਹਨਾਂ ਚੀਜ਼ਾਂ ਨੂੰ ਸੰਭਾਲਣ ਦਾ ਕੰਮ ਹੈ: ਚੌਖਟੀਆਂ, ਸ਼ਤੀਰਾਂ, ਥੰਮੀਆਂ, ਪਾਇਦਾਨ, ਬੇੜੇ ਦੀਆਂ ਥੰਮੀਆਂ, ਪਾਇਦਾਨ, ਕਿੱਲੇ, ਰੱਸੇ ਅਤੇ ਉਹਨਾਂ ਨਾਲ ਸੰਬੰਧਿਤ ਬਾਕੀ ਦਾ ਸਮਾਨ। ਇਹਨਾਂ ਕੰਮਾਂ ਨੂੰ ਕਰਨ ਲਈ ਤੁਸੀਂ ਵੱਖ-ਵੱਖ ਆਦਮੀਆਂ ਨੂੰ ਵੱਖ-ਵੱਖ ਜ਼ਿੰਮੇਦਾਰੀ ਸੌਂਪਣਾ। ਸੋ ਇਹ ਤੰਬੂ ਦੇ ਕੰਮਾਂ ਨਾਲ ਸੰਬੰਧਿਤ ਕੰਮਾਂ ਦੀ ਜ਼ਿੰਮੇਦਾਰੀ ਮਰਾਰੀ ਕੁੱਲ ਦੇ ਲੋਕਾਂ ਦੀ ਹੈ ਅਤੇ ਇਸ ਨੂੰ ਪੁਰੋਹਿਤ ਈਥਾਮਾਰ ਦੇ ਪੁੱਤਰ ਦੀ ਅਗਵਾਈ ਹੇਠ ਕਰਨ। ਆਮੀਨ। ਅਸੀਂ ਹੁਣ ਦੇਖੋ ਇੱਥੇ ਦੋ ਤਿੰਨ ਚੀਜ਼ਾਂ ਅਸੀਂ ਇੱਥੇ ਵੀ ਦੇਖਦੇ ਪਏ ਹਾਂ ਕਿ ਜਿੰਨਾ ਤੰਬੂ ਦੇ ਆਲੇ ਦੁਆਲੇ ਜਿੰਨਾ ਕੱਪੜਾ ਆ,
ਉਹਦੀ ਜਿੰਨੀ ਵੀ ਜ਼ਿੰਮੇਵਾਰੀ ਆ ਉਹ ਪ੍ਰਭੂ ਨੇ ਗੈਰਸੋਨ ਜਿਹੜਾ ਹੈਗਾ ਆ ਉਸਦਾ ਕੁੱਲ ਆ, ਜਿਹੜਾ ਉਸਦੇ 4 ਕੁੱਲਾਂ ਚ ਉਹਨਾਂ ਨੂੰ ਵੰਡਿਆ ਆ, ਉਹਦੇ ਕੁੱਲ ਨੂੰ ਉਹ ਸਾਰਾ ਕੰਮ ਉਸ ਨੂੰ ਦਿੱਤਾ। ਯਾਨੀ ਕਿ ਉਸ ਦੀ ਸਾਂਭ ਸੰਭਾਲ, ਉਸ ਦੀ ਸਫਾਈ, ਉਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੀ ਸਾਂਭ ਆ ਉਹ ਇਸ ਕੁੱਲ ਨੇ ਕਰਨੀ ਆ। ਔਰ ਇਹ ਕੰਮ ਜਿਹੜਾ ਹੈ ਇਹ ਕੰਮ ਜਿਹੜਾ ਪ੍ਰਭੂ ਨੇ ਦਿੱਤਾ ਹੈਗਾ ਉਹ ਇਹਨਾਂ ਨੂੰ ਦਿੱਤਾ ਹੈ। ਲੇਕਿਨ ਇੱਥੇ ਅਸੀਂ ਇੱਕ ਫਰਕ ਦੇਖਦੇ ਹਾਂ, ਜਿਸ ਲਈ ਅਸੀਂ ਆਖਰੀ ਚੀਜ਼ ਆਇਤ ਪੜ੍ਹਦੇ ਹਾਂ। ਮੂਸਾ ਹਾरून ਅਤੇ ਉਸਦੇ ਪੁੱਤਰ ਨੂੰ ਸਾਰਾ ਕੰਮ ਗੈਰਸੋਨ ਦੇ ਕੁੱਲ ਦੇ ਲੋਕਾਂ ਦੇ ਵਿੱਚ ਦੇਖਣ ਦੇ ਲਈ ਇਸ ਤਰ੍ਹਾਂ ਨਾਲ ਵੀ ਕਰਨਾ ਵੀ। ਸੋ ਤੰਬੂ ਦੇ ਸੰਬੰਧਿਤ ਇਹਨਾਂ ਕੰਮਾਂ ਦੀ ਜ਼ਿੰਮੇਵਾਰੀ ਗੈਰਸੋਨ ਦੇ ਲੋਕਾਂ ਦੀ ਹੈ ਅਤੇ ਇਹ ਇਸ ਨੂੰ ਪਰੋਹਤ ਹਾरून ਦੇ ਪੁੱਤਰ ਇਥਾਮਾਰ ਦੀ ਅਗਵਾਈ ਦੇ ਵਿੱਚ ਕਰ। ਸੋ ਜਿਹੜੀ ਅਗਵਾਈ ਜਿਹੜੀ ਉਹਨਾਂ ਦੀ ਕਰਨੀ ਆ ਉਹ ਹਾरून ਦੇ ਪੁੱਤਰ ਨੇ ਕਰਨੀ ਆ। ਰੀਜ਼ਨ ਇਹਦੇ ਪਿੱਛੇ ਕੀ ਆ? ਇਹਦੇ ਪਿੱਛੇ ਰੀਜ਼ਨ ਇਹ ਆ ਕਿ ਜਿਹੜੀਆਂ ਚੀਜ਼ਾਂ ਜਿੱਦਾਂ ਲਾਈਆਂ ਜਾਣੀਆਂ ਮੁੜ ਕੇ ਲਾਈਆਂ ਜਾਣੀਆਂ, ਸੋ ਉਹਨਾਂ ਸਾਰੀਆਂ ਚੀਜ਼ਾਂ ਦਾ ਹਿਸਾਬ ਰੱਖਿਆ ਜਾਂਦਾ ਸੀ। ਕਿਹੜੀ ਚੀਜ਼ ਕਿੱਥੇ ਲੱਗਣੀ ਆ, ਕਿੱਥੋਂ ਲਾਈ ਆ, ਔਰ ਵਾਪਸ ਉੱਥੇ ਹੀ ਲਾਉਣੀ ਆ ਜਿਸ ਲਈ ਉਹਨਾਂ ਨੇ ਅੱਗੇ ਜਾਣਾ। ਔਰ ਜਿਸ ਲਈ ਸਾਰਾ ਕੁਝ ਸੈੱਟ ਕਰਨਾ, ਜਿਸ ਲਈ ਸਾਰਾ ਕੁਝ ਬਣਾਉਣਾ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਕਿਹੜੀ ਚੀਜ਼, ਪ੍ਰਭੂ ਦਾ ਕਿਹੜਾ ਪਰਦਾ ਕਿੱਥੋਂ ਲਾਇਆ, ਉਹਨੂੰ ਉੱਥੇ ਹੀ ਲਾਇਆ ਜਾਣਾ। ਸੋ ਇਹਨਾਂ ਚੀਜ਼ਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਉਸਨੇ ਹਾरून ਦੇ ਪੁੱਤਰ ਇਥਾਮਾਰ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਕਰਨੀ ਆ। ਪਰ ਜਿਹੜੀ ਕਰਨੀ ਆ ਉਹ ਗੈਰਸੋਨ ਦੇ ਕੁੱਲ ਦੇ ਕਬੀਲੇ ਨੇ ਕਰਨੀ। ਇਸੇ ਤਰ੍ਹਾਂ ਜਿਹੜਾ ਸਾਰਾ ਲੱਕੜੀ ਦਾ ਕੰਮ, ਰੱਸਿਆਂ ਦਾ ਕੰਮ, ਕਿਉਂਕਿ ਲੱਕੜੀ ਔਰ ਰੱਸਿਆਂ ਦੇ ਨਾਲ ਹੀ ਸਾਰੀ ਚੀਜ਼ ਖੜੀ ਆ ਨਾ। ਜਿਹੜਾ ਆਲੇ ਦੁਆਲੇ ਥੰਮ ਲੱਗੇ ਹੋਆ, ਉਹਨਾਂ ਦੇ ਪਾਏਦਾਨ ਲੱਗੇ ਹੋਆ, ਉਹਦੇ ਵਿੱਚ ਫਿਰ ਉਹਨਾਂ ਨੇ ਜਿਹੜੇ ਉਹਨਾਂ ਨੂੰ ਖੜਾ ਕਰਕੇ ਗੱਬੇ ਪੜਦਾ ਆ, ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਭੂ ਨੇ ਮਰਾਰੀ ਦੇ ਕੁੱਲ ਨੂੰ ਦੇ ਦਿੱਤੀ। ਉਹਨਾਂ ਨੇ ਉਹ ਸਾਰਾ ਕੰਮ ਉਹਨਾਂ ਨੂੰ ਸੰਭਾਲਣਾ, ਉਹਨਾਂ ਨੂੰ ਠੀਕ ਪਹੁੰਚਾਉਣਾ, ਸਹੀ ਜਗ੍ਹਾ ਤੇ ਮੁੜ ਕੇ ਲਾਉਣਾ, ਔਰ ਤਾਂ ਕਿ ਫਿਰ ਜਿਹੜਾ ਦੂਜਾ ਕੁੱਲ ਉਹ ਆਲੇ ਦੁਆਲੇ ਪੜਦੇ ਲਾ ਸਕੇ। ਫਿਰ ਜਿਹੜਾ ਤੀਸਰਾ ਆ ਉਹ ਕਹਾਤ ਦਾ ਕਬੀਲਾ ਜਿਹੜਾ ਹੈਗਾ ਪਵਿੱਤਰ ਚੀਜ਼ਾਂ ਨੂੰ ਅੰਦਰ ਲੈ ਕੇ ਜਾਵੇ ਤੇ ਉਹਨਾਂ ਨੇ ਉੱਥੇ ਰੱਖ ਕੇ ਆ ਜਾਣੀਆਂ। ਔਰ ਫਿਰ ਜਿੱਦਾਂ ਵੀ ਫਿਰ ਉਸ ਤੋਂ ਬਾਅਦ ਹਾरून ਦੇ ਕਬੀਲੇ ਨੇ ਅੰਦਰ ਜਾਣਾ ਤੇ ਉਹਨਾਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਗ੍ਹਾ ਜਗ੍ਹਾ ਦੇ ਉੱਤੇ ਟਿਕਾਉਣਾ। ਸੋ ਦੇਖੋ ਕਿਸ ਤਰ੍ਹਾਂ ਪ੍ਰਭੂ ਦੀਆਂ ਇਹ ਸਾਰੇ ਕੰਮ ਜਿਹੜੇ ਹੈਗੇ ਆ, ਇੱਕ ਵਿਧੀ ਉਹਨਾਂ ਨੂੰ ਦਿੱਤੀ ਆ, ਔਰ ਉਸ ਵਿਧੀ ਦੇ ਨਾਲ ਉਹ ਇਸ ਨੂੰ ਸਾਰੀ ਚੀਜ਼ ਨੂੰ ਲੈ ਕੇ ਚੱਲਦੇ ਪਏ ਆ। ਹੁਣ ਸਾਨੂੰ ਇਹਨਾਂ ਦੀ ਗਿਣਤੀ ਦੱਸੀ ਜਾਣੀ ਆ 34 ਤੋਂ ਲੈ ਕੇ 48 ਆਇਤ ਤੱਕ, ਜਿਸ ਨੂੰ ਮਿਲ ਜਾਏ ਉਸ ਨੂੰ। ਲੇਵੀ ਕਬੀਲੇ ਦੀ ਗਿਣਤੀ। ਸੋ ਪ੍ਰਭੂ ਦੀ ਆਗਿਆ ਅਨੁਸਾਰ ਮੂਸਾ, ਹਾरून ਅਤੇ ਸੰਗਤ ਦੇ ਆਗੂਆਂ ਨੇ ਲੇਵੀ ਕਬੀਲੇ ਦੀ 3 ਕੁਲਾਂ ਕਹਾਤ, ਗੇਰਸ਼ੋਨ ਅਤੇ ਮਰਾਰੀ ਦੇ ਲੋਕਾਂ ਦੀ ਗਿਣਤੀ ਕੀਤੀ। ਉਹਨਾਂ ਨੇ ਹਰ ਕੁਲ ਦੇ, ਹਰ ਟੱਬਰ ਦੇ ਹਰ ਆਦਮੀ ਨੂੰ ਜੋ 30 ਸਾਲਾਂ ਤੋਂ ਲੈ ਕੇ 50 ਸਾਲਾਂ ਦੀ ਉਮਰ ਦਾ ਸੀ ਅਤੇ ਜੋ ਪ੍ਰਭੂ ਦੇ ਸਾਹਮਣੇ ਤੰਬੂ ਵਿੱਚ ਸੇਵਾ ਦਾ ਕੰਮ ਕਰ ਸਕਦਾ ਸੀ ਗਿਣਿਆ। ਇਸ ਗਿਣਤੀ ਦਾ ਵੇਰਵਾ ਇਸ ਤਰ੍ਹਾਂ ਹੈ। ਕਹਾਤ 2750, ਗੇਰਸ਼ੋਨ 2630, ਮਰਾਰੀ 3200, ਕੁੱਲ ਜੋੜ 8580। ਇਹਨਾਂ ਸਭ ਆਦਮੀਆਂ ਨੂੰ ਪ੍ਰਭੂ ਦੀ ਆਗਿਆ ਅਨੁਸਾਰ ਮੂਸਾ ਨੇ ਉਹਨਾਂ ਦੇ ਵੱਖ-ਵੱਖ ਕੰਮ ਸੌਂਪ ਦਿੱਤੇ। ਇਹਨਾਂ ਸਭ ਦੀ ਗਿਣਤੀ ਮੂਸਾ ਨੂੰ ਪ੍ਰਭੂ ਤੋਂ ਮਿਲੀ ਆਗਿਆ ਅਨੁਸਾਰ ਕੀਤੀ ਗਈ ਸੀ। ਸੋ ਹੁਣ ਅਗਰ ਅਸੀਂ ਇੰਨੇ ਬੰਦਿਆਂ ਨੂੰ ਦੇਖਦੇ ਪਏ ਆ, ਜਿਸ ਲਈ ਤੰਬੂ ਮੁੜ ਕੇ ਲਾਉਂਦੇ ਹੋਣਗੇ, ਉਹਨੂੰ ਲਾਉਣ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੋ? ਕਿਉਂਕਿ ਹਰੇਕ ਬੰਦੇ ਨੂੰ ਪਤਾ ਕਿ ਆਹ ਜਿਹੜਾ ਪੜਦਾ ਆ ਇਹਦੀ ਜ਼ਿੰਮੇਵਾਰੀ ਮੇਰੀ ਹੈ, ਆਹ ਇੰਨੇ 3 ਜਾਂ 2-3 ਜਿਹੜੇ ਪੜਦੇ ਆ ਉਹ ਮੈਂ ਸਾਂਭਣੇ ਆ, ਉਹਨਾਂ ਨੂੰ ਮੈਂ ਲੈ ਕੇ ਚੱਲਣਾ ਔਰ ਮੈਂ ਉੱਥੇ ਜਾ ਕੇ ਲਾਉਣਾ। ਇਸੇ ਤਰ੍ਹਾਂ ਜਿਨ੍ਹਾਂ ਨੇ ਲੱਕੜੀ ਦਾ ਸਮਾਨ ਜਾ ਕੇ ਪਹਿਲਾਂ ਜਿਨ੍ਹਾਂ ਨੇ ਖੜਾ ਕਰਨਾ ਲੱਕੜੀ ਦਾ ਸਾਰਾ ਸਮਾਨ, ਉਹਨਾਂ ਨੂੰ ਆਪਣੀ ਹਰੇਕ ਬੰਦੇ ਨੂੰ ਆਪਣੀ ਜੌਬ ਪਤਾ ਆ ਕਿ ਮੇਰੀ ਜਿਹੜੀਆਂ ਚੀਜ਼ਾਂ ਮੈਂ ਖੜੀਆਂ ਕਰਨੀਆਂ ਉਹ ਆਹ ਆ, ਔਰ ਉਹ ਉਹਨਾਂ ਨੂੰ ਕਰਦੇ ਆ। ਸੋ ਮੋਸਟਲੀ ਜਿਹੜੇ ਯਹੂਦੀ ਸਕਾਲਰ ਆ ਉਹ ਕਹਿੰਦੇ ਸੀਗੇ ਕਿ ਇੱਕ ਦਿਨ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਖੜਾ ਕਰ ਦਿੰਦੇ ਸੀ। ਇੱਕ ਦਿਨ ਦੇ ਵਿੱਚ ਸਭ ਕੁਝ ਰੈਡੀ ਹੋ ਜਾਂਦਾ ਸੀ। ਔਰ ਸ਼ਾਮ ਦੀ ਬਲੀ ਦੇ ਲਈ ਜਿਹੜਾ ਤੰਬੂ ਹੁੰਦਾ ਸੀ ਉਹ ਰੈਡੀ ਹੁੰਦਾ ਸੀ। ਔਰ ਇਹ ਇੱਕ ਚੀਜ਼ ਜਿਹੜੀ ਇੱਥੇ ਬਾਈਬਲ ਦੇ ਵਿੱਚ ਹੈ ਨਹੀਂ, ਲੇਕਿਨ
ਯੂ نو ਵਟ ਇਟਸ ਐਕਸਟਰਾ ਬਿਬਲਿਕਲ। ਤੁਸੀਂ ਉਸ ਨੂੰ ਮੰਨ ਵੀ ਸਕਦੇ, ਨਹੀਂ ਮੰਨ ਸਕਦੇ, ਲੇਕਿਨ ਜਿਹੜੀ ਉਹ ਚੀਜ਼ ਕਹਿੰਦੇ ਸੀ ਕਿ ਜਿਹੜਾ ਲੈਂਪ ਸੀਗਾ, ਜਿਹੜਾ ਮਨੋਰਾ ਸੀਗਾ, ਉਸ ਨੂੰ ਜਿਹੜਾ ਸ਼ਮਾਦਾਨ ਸੀਗਾ, ਸ਼ਮਾਦਾਨ ਦੀ ਜਿਹੜੀ ਕਵਲੀ ਲਾਈਟ ਹੁੰਦੀ ਸੀ, ਉਹ ਉਸ ਨੂੰ ਇੱਕ ਪਵਿੱਤਰ ਭਾਂਡੇ ਦੇ ਵਿੱਚ ਰੱਖ ਕੇ ਤਾਂ ਕਿ ਉਹ ਹਵਾ ਦੇ ਨਾਲ ਬੁਝੇ ਵੀ ਨਾ, ਉਹਨੂੰ ਜਗਦੀ ਲੈ ਕੇ ਜਾਂਦੇ ਸੀ। ਔਰ ਉੱਥੇ ਜਾ ਕੇ ਉਹ ਉਸ ਨੂੰ ਮੁੜ ਕੇ ਉਸੇ ਤੋਂ ਹੀ ਉਹ ਜਿਹੜੀ ਸਾਰੇ ਜਿਹੜੇ ਤੰਬੂ ਬਾਕੀ ਉਸ ਦੇ 6 ਹੁੰਦੇ ਸੀ, ਉਹਨਾਂ ਨੂੰ ਉੱਥੋਂ ਉਸ ਦੇ ਨਾਲ ਹੀ ਜਗਾਉਂਦੇ ਸੀ। ਔਰ ਇੱਕ ਬੰਦੇ ਦੀ ਜੌਬ ਜਿਹੜੀ ਸੀ ਸਿਰਫ ਇਹੋ ਹੀ ਸੀ, ਹਾਰੂਨ ਦੇ ਪਰਿਵਾਰ ਚੋਂ ਇੱਕ ਬੰਦੇ ਦੀ ਜਿਹੜੀ ਜੌਬ ਸੀ ਉਹ ਇਹੋ ਹੀ ਸੀ ਕਿ ਉਸ ਦੀਵੇ ਦੇ ਉੱਤੇ ਉਸ ਦੀ ਜੌਬ ਹੁੰਦੀ ਸੀ, ਐਂਡ ਦੈਟਸ ਇਟ। ਹੋਰ ਕੋਈ ਕੰਮ ਨਹੀਂ ਸੀ ਉਹਦਾ। ਉਸਦਾ ਕੰਮ ਸਿਰਫ ਤੇ ਸਿਰਫ ਉਸ ਦੀਵਾ, ਉਸਦਾ ਤੇਲ, ਉਸ ਦੀਆਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਉਸ ਨੂੰ ਸੰਭਾਲਣ ਦੀ ਜਿਹੜੀ ਜੌਬ ਹੁੰਦੀ ਸੀ ਉਸ ਬੰਦੇ ਦੀ ਹੁੰਦੀ ਸੀ। ਹੁਣ ਸਾਨੂੰ ਅਸੀਂ ਦੇਖਣਾ ਕਿ ਪ੍ਰਭੂ ਨੇ ਇੱਥੇ ਹੋਰ ਥੋੜ੍ਹੀਆਂ ਜਿਹੀਆਂ ਉਹਨਾਂ ਨੂੰ ਵਿਧੀ ਵਿਧਾਨਤ ਦੇਣੇ ਆ, ਹੋਰ ਥੋੜ੍ਹੇ ਜਿਹੇ ਹੁਕਮ ਦੇਣੇ ਹੈਗੇ ਜਿਹੜੇ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਲਈ ਆ, ਜਿਹੜੇ ਬੇਸਿਕਲੀ ਅਸੀਂ ਇਹ ਕਹਿ ਸਕਦੇ ਕਿ ਕਮਿਊਨਿਟੀ ਦੇ ਵਿੱਚ ਕਮਿਊਨਿਟੀ ਨੂੰ ਸੁਥਰਾ ਰੱਖਣ ਵਾਸਤੇ ਜਿਹੜੇ ਪ੍ਰਭੂ ਨੇ ਉਹਨਾਂ ਨੂੰ ਹੁਕਮ ਦੇਣੇ ਆ। ਸੋ ਆਓ ਅਸੀਂ ਪੰਜਵਾਂ ਭਾਵ ਅਸੀਂ ਇਸ ਦੀਆਂ ਪਹਿਲਾਂ 10 ਆਇਤਾਂ ਦੇਖਾਂਗੇ, ਫਿਰ ਉਸ ਤੋਂ ਬਾਅਦ ਜਿਹਨੇ ਇਹ ਪਹਿਲੀਆਂ 10 ਪੜ੍ਹਨੀਆਂ ਉਹਨੇ ਫਿਰ ਅਗਲੀਆਂ ਪੜ੍ਹਦੇ। ਮੈਂ ਪੜ੍ਹਦੇ ਮਾਸਟਰ ਜੀ। ਗੋ ਅਹੈਡ ਮੇਰੀ ਭੈਣ ਜੀ। ਅਸ਼ੁੱਧ ਲੋਕ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਇਸਰਾਈਲੀ ਲੋਕਾਂ ਨੂੰ ਕਹਿ ਕਿ ਉਹ ਆਪਣੇ ਵਿੱਚੋਂ ਸ਼ੁੱਧ ਲੋਕਾਂ ਨੂੰ ਕੋੜੀਆਂ, ਧਾਤ ਦੇ ਰੋਗੀਆਂ ਤੇ ਲੋਥਾਂ ਨੂੰ ਛੋਹਣ ਕਾਰਨ ਸ਼ੁੱਧ ਹਨ, ਚਾਹੇ ਉਹ ਆਦਮੀ ਹੋਣ ਜਾਂ ਔਰਤ ਹੋਣ, ਸਭ ਨੂੰ ਆਪਣੇ ਡੇਰਿਆਂ ਵਿੱਚੋਂ ਬਾਹਰ ਕੱਢ ਦੇਣਾ, ਕਿਉਂਕਿ ਉੱਥੇ ਮੈਂ ਰਹਿੰਦਾ ਹਾਂ। ਇਜ਼ਰਾਈਲੀਆਂ ਨੇ ਸਭ ਕੁਝ ਪ੍ਰਭੂ ਦੇ ਮੂਸਾ ਨੂੰ ਕਹੇ ਅਨੁਸਾਰ ਕੀਤਾ ਅਤੇ ਆਪਣੇ ਵਿੱਚੋਂ ਸ਼ੁੱਧ ਲੋਕਾਂ ਨੂੰ ਕੱਢ ਦਿੱਤਾ, ਆਪਣੇ ਕੀਤੇ ਦਾ ਬਦਲਾ ਚੁਕਾਉਣਾ। ਪ੍ਰਭੂ ਨੇ ਮੂਸਾ ਨੂੰ ਅੱਗੇ ਕਿਹਾ, ਤੂੰ ਇਜ਼ਰਾਈਲੀ ਲੋਕਾਂ ਨੂੰ ਮੇਰੇ ਵੱਲੋਂ ਇਹ ਆਗਿਆਵਾਂ ਦੇ, ਜਦੋਂ ਕੋਈ ਮੇਰੀ ਕਿਸੇ ਆਗਿਆ ਨੂੰ ਤੋੜ ਕੇ ਕਿਸੇ ਮਨੁੱਖ ਦੇ ਵਿਰੁੱਧ ਅਪਰਾਧ ਕਰੇ ਤਾਂ ਉਹ ਆਪਣੇ ਅਪਰਾਧ ਨੂੰ ਮੰਨ ਕੇ ਆਪਣੇ ਕੀਤੇ ਦਾ ਮੁੱਲ ਭਰੇ ਅਤੇ ਉਸ ਦੇ ਨਾਲ 5ਵਾਂ ਹਿੱਸਾ ਵੱਧ ਉਸ ਮਨੁੱਖ ਨੂੰ ਦੇਵੇ ਜਿਸ ਦੇ ਵਿਰੁੱਧ ਉਸਨੇ ਅਪਰਾਧ ਕੀਤਾ ਹੈ। ਪਰ ਜੇਕਰ ਉਸ ਮਨੁੱਖ ਦਾ ਨੇੜੇ ਦਾ ਕੋਈ ਸੰਬੰਧੀ ਨਾ ਹੋਵੇ ਤਾਂ ਉਸ ਦੇ ਵਿਰੁੱਧ ਕੀਤੇ ਅਪਰਾਧ ਦਾ ਮੁੱਲ ਪ੍ਰਭੂ ਨੂੰ ਦਿੱਤਾ ਜਾਵੇ, ਜੋ ਪੁਰੋਹਿਤ ਦਾ ਹੋਵੇਗਾ, ਪਰ ਇਹ ਮੁੱਲ ਅਪਰਾਧ ਬਲੀ ਦੇ ਛਤਰੇ ਤੋਂ ਵੱਖ ਹੋਵੇਗਾ। ਇਸੇ ਤਰ੍ਹਾਂ ਸਭ ਪਵਿੱਤਰ ਭੇਟਾਂ ਜੋ ਲੋਕ ਪ੍ਰਭੂ ਸਾਹਮਣੇ ਚੜਾਉਣ ਉਸ ਪੁਰੋਹਿਤ ਦੀਆਂ ਹੋਣਗੀਆਂ ਜੋ ਉਹਨਾਂ ਵੱਲੋਂ ਪ੍ਰਭੂ ਸਾਹਮਣੇ ਚੜਾਵੇ। ਸੋ ਹਰ ਪਵਿੱਤਰ ਭੇਟ ਜੋ ਪੁਰੋਹਿਤ ਚੜਾਵੇ ਉਸ ਦੀ ਹੋਵੇਗੀ। ਆਮੀਨ। ਸੋ ਹੁਣ ਇੱਥੇ ਅਸੀਂ ਇੱਕ ਤਰ੍ਹਾਂ ਦੀ ਰੈਪੀਟੇਸ਼ਨ ਦੇਖਣ ਲੱਗ ਪਏ ਬਹੁਤ ਸਾਰੀਆਂ ਚੀਜ਼ਾਂ ਦੀ। ਅਸੀਂ ਆਲਰੇਡੀ ਇਹ ਸਾਰੇ ਉਹ ਲੋਕ ਜਿਹੜੇ ਕੋੜ ਜਾਂ ਤਾਂਤ ਜਾਂ ਲੋਥਾਂ ਨੂੰ ਛੂਹਣ ਕਰਕੇ, ਇਹਦਾ ਮਤਲਬ ਇਹ ਨਹੀਂ ਕਿ ਡੇਰਿਆਂ ਦੇ ਵਿੱਚ ਪੱਕੇ ਕੱਢ ਦਿੱਤੇ ਗਏ ਆ। ਇਸ ਤਰ੍ਹਾਂ ਨਹੀਂ ਹੁੰਦਾ ਸੀ। ਉਸ ਜਿਸਨੇ ਮੁਰਦਾ ਸਰੀਰ ਨੂੰ ਜਿਸਨੇ ਛੂਹਿਆ, ਉਹ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਉਸ ਨੂੰ ਕਿਹਾ ਜਾਂਦਾ ਸੀ ਕਿ ਉਹ ਸ਼ੁੱਧ ਆ। ਫਿਰ ਉਹ ਨਹਾ ਧੋ ਕੇ ਆਪਣੇ ਕੱਪੜੇ ਬਦਲ ਕੇ ਔਰ ਫਿਰ ਉਹ ਆ ਕੇ ਆਪਣੇ ਲਈ ਜਿੱਥੇ ਅਸੀਂ ਦੇਖਿਆ ਸੀ ਕਿ ਘੁੱਗੀਆਂ ਦਾ ਜੋੜਾ ਜਾਂ ਕਬੂਤਰ ਦਾ ਜੋੜਾ ਉਹ ਆਪਣੀ ਲਈ ਚੜਾਉਂਦਾ ਸੀ ਔਰ ਉਸ ਤੋਂ ਬਾਅਦ ਉਸ ਨੂੰ ਸ਼ੁੱਧ ਕਰਾਰ ਦੇ ਦਿੱਤਾ ਜਾਂਦਾ ਸੀ। ਲੇਕਿਨ ਕੋੜ, ਅਗਰ ਸਭ ਤੋਂ ਅਸੀਂ ਭੈੜੀ ਬਿਮਾਰੀ ਦੇਖੀਏ ਕੋੜ, ਤਾਂ ਪ੍ਰਭੂ ਨੇ ਉਸ ਦੇ ਲਈ ਵੀ ਉਹਨਾਂ ਨੂੰ ਇਹ ਨਹੀਂ ਕਿਹਾ ਸੀ ਕਿ ਪੱਕੇ ਤੌਰ ਤੇ ਉਹਨਾਂ ਨੂੰ ਬਾਹਰ ਕੱਢ ਰੱਖੋ। ਉੱਥੇ ਪੁਰੋਹਿਤ ਨੂੰ ਜਾਣਾ ਪੈਂਦਾ ਸੀ, ਉਹਨਾਂ ਨੂੰ ਚੈੱਕ ਕਰਨਾ ਪੈਂਦਾ ਸੀ ਕਿ ਇਹ ਠੀਕ ਹੋ ਰਿਹਾ ਕਿ ਨਹੀਂ ਹੋ ਰਿਹਾ। ਉਹਨਾਂ ਲੋਕਾਂ ਦਾ ਇਲਾਜ ਕੀਤਾ ਜਾਂਦਾ ਸੀ, ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਸੀ, ਉਹਨਾਂ ਨੂੰ ਡੇਰਿਆਂ ਚੋਂ ਕੱਢ ਕੇ ਤਾਂ ਬਾਹਰ ਸੁੱਟ ਨਹੀਂ ਦਿੱਤਾ ਜਾਂਦਾ ਸੀ। ਉਹਨਾਂ ਦੇ ਲਈ ਇੱਕ ਸਪੈਸ਼ਲ ਡੇਰਾ ਬਣਿਆ ਹੁੰਦਾ ਸੀ ਜਿੱਥੇ ਉਹ ਰਹਿੰਦੇ ਸੀ ਔਰ ਉਸ ਡੇਰੇ ਦੇ ਵਿੱਚ ਹੀ ਉਹਨਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਸੀ। ਔਰ ਜਿਹੜੇ ਮੈਂ ਇੱਕ ਕਮੈਂਟਰੀ ਪੜ੍ਹਦਾ ਪਿਆ ਸੀ ਇਹਦੇ ਉੱਤੇ, ਉਹਨਾਂ ਨੇ ਇਹ ਦੱਸਿਆ ਕਿ ਉਹਨਾਂ ਲੋਕਾਂ ਨੂੰ ਜਿਸ ਵੇਲੇ ਉਹ ਇੱਕ ਥਾਂ ਤੋਂ ਉੱਠ ਕੇ ਦੂਜੇ ਥਾਂ ਦੇ ਉੱਤੇ ਜਾਂਦੇ ਸੀ ਤੇ ਉਹ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਬੇਸ਼ੱਕ ਉਹ ਸਾਰਿਆਂ ਤੋਂ ਪਿੱਛੇ ਆ ਰਹੇ ਹੁੰਦੇ ਸੀ, ਲੇਕਿਨ ਉਹਨਾਂ ਵਿੱਚੋਂ ਜਿਹੜੇ ਨਹੀਂ ਚੱਲ ਸਕਦੇ ਸੀ, ਜਿਹਨਾਂ ਦੀ ਬਿਮਾਰੀ ਜ਼ਿਆਦੀ ਸੀ, ਉਹਨਾਂ ਦੇ ਲਈ ਉਹਨਾਂ ਨੇ ਗੱਡੇ ਬਣਾਏ ਹੋਏ ਸੀ ਔਰ ਉਹਨਾਂ ਦੇ ਉੱਤੇ ਉਹਨਾਂ ਨੂੰ ਉਹ ਲੈ ਕੇ
ਜਾਂਦੇ ਸੀ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਸੁੱਟ ਦਿੰਦੇ ਸੀਗੇ, ਨਹੀਂ। ਅਸੀਂ ਪਿੱਛੇ ਦੇਖ ਕੇ ਆਏ ਹਾਂ ਕਿਸ ਤਰ੍ਹਾਂ ਪ੍ਰਭੂ ਨੇ ਇਹਨਾਂ ਸਾਰਿਆਂ ਦੇ ਲਈ ਪ੍ਰਬੰਧ ਕੀਤਾ, ਔਰ ਜੋ ਪ੍ਰਭੂ ਕਹਿੰਦਾ ਸੀ ਕਿ ਆਪਣਾ ਦਸਵੰਧ ਮੰਦਿਰ ਦੇ ਵਿੱਚ ਲੈ ਕੇ ਆਉਣਾ, ਉਸ ਦੇ ਵਿੱਚੋਂ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਸੀ। ਇਹਨਾਂ ਦੇ ਖਾਣ ਪੀਣ ਦਾ ਸਾਰਾ ਜਿਹੜਾ ਸੀਗਾ ਉਹ ਕੀਤਾ ਜਾਂਦਾ ਸੀ। ਹੁਣ ਜਿਸ ਤਰ੍ਹਾਂ ਅਸੀਂ ਆਹ ਦੇਖਿਆ ਕਿ 8580 ਪੁਰੋਹਿਤ ਆ, ਔਰ ਅਸੀਂ ਇੱਥੇ ਹਾਰੂਨ ਦੇ ਟੱਬਰ ਦੀ ਹਾਲੇ ਗਿਣਤੀ ਨਹੀਂ ਇਹਦੇ ਵਿੱਚ ਆਉਂਦੀ। ਵਿੱਚ ਜਿਹੜੇ ਬਾਕੀ ਦੇ ਜਿਹੜੇ 3 ਕਬੀਲੇ ਆ, ਕਹਾਤ, ਗਰਸੇਨ, ਮਰਾਰੀ, ਇਹਨਾਂ ਨੂੰ ਦੇਖਿਆ। ਸੋ ਅਸੀਂ ਜਿਸ ਵੇਲੇ ਤੰਬੂ ਦਾ ਜਿਹੜਾ ਕੰਮ ਸੀਗਾ ਉਹ ਆ ਕੇ ਲੱਗ ਜਾਂਦਾ ਸੀਗਾ, ਰੈਡੀ ਹੋ ਜਾਂਦਾ ਸੀਗਾ, ਉਸ ਤੋਂ ਬਾਅਦ ਉਸਦੀ ਟੇਕ ਕੇਅਰ ਹੀ ਕਰਨੀ ਹੁੰਦੀ ਸੀ। ਫਿਰ ਇੰਨੀਆਂ ਲੋਕਾਂ ਦੀ ਲੋੜ ਨਹੀਂ ਸੀ ਪੈਂਦੀ। ਫਿਰ ਇਹ ਲੋਕ ਕੀ ਕਰਦੇ ਸੀ ਉਸ ਸਮੇਂ? ਇਹਨਾਂ ਦੀ ਜ਼ਿੰਮੇਵਾਰੀ ਸੀ ਕਿ ਉਹਨਾਂ ਸਾਰਿਆਂ ਲੋਕਾਂ ਦੀ ਸੰਭਾਲ ਕਰਨੀ, ਜਿਹੜੇ ਇਹਨਾਂ ਦੇ ਵਿੱਚ ਕਮਜ਼ੋਰ ਆ, ਜਿਹੜੇ ਇਹਨਾਂ ਦੇ ਵਿੱਚ ਬਿਮਾਰ ਆ, ਉਹਨਾਂ ਦੀ ਸਾਂਭ ਸੰਭਾਲ ਕਰਨੀ। ਸੋ ਇਹ ਇਹਨਾਂ ਦੀ ਜੌਬ ਹੁੰਦੀ ਸੀ। ਸੋ ਇਹ ਅਸੀਂ ਪ੍ਰਭੂ ਦੇ ਵਚਨ 'ਚ ਪਿੱਛੇ ਦੇਖ ਆਏ ਹਾਂ। ਸੋ ਹੁਣ ਅਸੀਂ ਜਿਹੜਾ ਅੱਗੇ ਵਿਚਾਰ ਸੰਬੰਧੀ ਅਸੀਂ ਤੁਹਾਨੂੰ ਕਿਹਾ ਸੀ ਨਾ, ਪਹਿਲਾਂ ਸਾਨੂੰ 10 ਕਮੈਂਡਮੈਂਟਸ ਦਿੱਤੀਆਂ ਗਈਆਂ, ਫਿਰ ਪ੍ਰਭੂ ਨੇ ਉਹਨਾਂ ਨੂੰ ਖੋਲ ਕੇ ਦੇਣਾ, ਅੱਗੇ ਹੋਰ ਖੋਲ ਕੇ ਸਾਨੂੰ ਦੇਣਾ। ਲੇਕਿਨ ਇੱਥੇ ਅਸੀਂ ਦੇਖਾਂਗੇ ਕਿ ਜਿਹੜਾ ਸ਼ੱਕ, ਜੇ ਕਿਸੇ ਤੇ ਸ਼ੱਕ ਹੋ ਗਿਆ, ਕੀ ਪ੍ਰਭੂ ਕਹਿੰਦਾ ਕਿ ਉਹਨੂੰ ਪੱਥਰ ਮਾਰ ਕੇ ਮਾਰ ਦਿਓ? ਨਹੀਂ, ਸ਼ੱਕ ਦੇ ਲਈ ਨਹੀਂ। ਸ਼ੱਕ ਦੇ ਲਈ ਉਸਨੇ ਇੱਕ ਵੱਖਰੀ ਸ਼ਰਤ ਰੱਖੀ ਆ ਕਿ ਜੇ ਸ਼ੱਕ ਸੱਚੀ ਆ ਤਾਂ ਉਹਦੀ ਸਜ਼ਾ ਮੈਂ ਦਊਂਗਾ, ਜੇ ਸ਼ੱਕ ਸੱਚੀ ਨਹੀਂ ਤੇ ਉਸਨੂੰ ਬਰਕਤ, ਜੇ ਤੇ ਸ਼ੱਕ ਕੀਤੀ ਗਈ ਆ ਉਸਨੂੰ ਬਰਕਤ ਵੀ ਮੈਂ ਹੀ ਦਊਂਗਾ। ਸੋ 11 ਤੋਂ ਲੈ ਕੇ ਅਸੀਂ 31 ਤੱਕ ਅਸੀਂ ਦੇਖਾਂ। ਹਾਂਜੀ, ਵਿਚਾਰ ਸੰਬੰਧੀ ਸ਼ੱਕ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਇਜ਼ਰਾਈਲੀ ਲੋਕਾਂ ਨੂੰ ਇਹ ਆਗਿਆ ਦੇ, ਜੇਕਰ ਕਿਸੇ ਆਦਮੀ ਦੀ ਪਤਨੀ ਕਿਸੇ ਤਰ੍ਹਾਂ ਕੁਰਾਹੇ ਪੈ ਜਾਵੇ ਜਾਂ ਆਪਣੀ ਪਤੀ ਨਾਲ ਵਿਸ਼ਵਾਸਘਾਤ ਕਰੇ ਤੇ ਕਿਸੇ ਦੂਜੇ ਮਨੁੱਖ ਨੇ ਉਸ ਨਾਲ ਸੰਗ ਕੀਤਾ ਹੋਵੇ, ਪਰ ਇਹ ਗੱਲ ਲੁਕੀ ਰਹੇ ਅਤੇ ਇਸ ਦੇ ਲਈ ਕੋਈ ਅੱਖੀਂ ਦੇਖਿਆ ਗਵਾਹ ਨਾ ਹੋਵੇ, ਪਰ ਕਿਸੇ ਸਮੇਂ ਉਸਦਾ ਪਤੀ ਈਰਖਾ ਵਿੱਚ ਆ ਕੇ ਉਸ ਤੇ ਸ਼ੱਕ ਕਰਨ ਲੱਗੇ, ਬੇਸ਼ੱਕ ਉਹ ਸ਼ੁੱਧ ਹੋਈ ਹੋਵੇ ਜਾਂ ਨਾ। ਇਸ ਹਾਲਤ ਵਿੱਚ ਉਹ ਆਦਮੀ ਆਪਣੀ ਪਤਨੀ ਨੂੰ ਪੁਰੋਹਿਤ ਕੋਲ ਸੱਚਾਈ ਜਾਣਨ ਦੇ ਲਈ ਲੈ ਕੇ ਜਾਵੇ। ਉਹ ਆਪਣੇ ਨਾਲ 1 ਕਿਲੋ ਜਵਾਂ ਦਾ ਆਟਾ ਲੈ ਕੇ ਆਵੇ। ਉਸ ਆਟੇ ਤੇ ਨਾ ਤੇਲ ਡੋਲਿਆ ਜਾਵੇ ਤੇ ਨਾ ਧੂਪ, ਕਿਉਂਕਿ ਇਹ ਸ਼ੱਕ ਦੀ ਭੇਟ ਹੈ ਜਿਸ ਦੁਆਰਾ ਕੀਤੇ ਵਿਚਾਰ ਦੀ ਜਾਂਚ ਕਰਵਾਈ ਜਾਵੇਗੀ। ਤਦ ਪੁਰੋਹਿਤ ਉਸ ਔਰਤ ਨੂੰ ਪ੍ਰਭੂ ਦੇ ਸਾਹਮਣੇ, ਬੇਦੀ ਦੇ ਸਾਹਮਣੇ ਖੜਾ ਕਰੇ। ਫਿਰ ਉਹ ਇੱਕ ਮਿੱਟੀ ਦੇ ਭਾਂਡੇ ਵਿੱਚ ਥੋੜਾ ਜਿਹਾ ਪਵਿੱਤਰ ਪਾਣੀ ਲੈ ਕੇ ਉਸ ਵਿੱਚ ਪਵਿੱਤਰ ਥਾਂ ਦੇ ਵਿਹੜੇ ਦੀ ਥੋੜੀ ਜਿਹੀ ਮਿੱਟੀ ਮਿਲਾ ਕੇ ਉਸ ਨੂੰ ਕੌੜਾ ਕਰ ਲਵੇ। ਫਿਰ ਉਹ ਉਸ ਔਰਤ ਦੇ ਸਿਰ ਦੇ ਵਾਲ ਖੋਲ ਕੇ ਸਾਹਮਣੇ ਖੜਾ ਕਰਕੇ ਉਸ ਦੇ ਹੱਥ ਵਿੱਚ ਯਾਦਗਾਰੀ ਦੀ ਭੇਟ ਅਰਥਾਤ ਸ਼ੱਕ ਦੀ ਭੇਟ ਦੇ ਦੇਵੇ। ਪੁਰੋਹਿਤ ਆਪਣੇ ਹੱਥ ਵਿੱਚ ਸ਼ਰਾਬ ਲਿਆਉਣ ਵਾਲਾ ਕੌੜਾ ਪਾਣੀ ਲੈ ਲਵੇ ਅਤੇ ਉਹ ਉਸ ਔਰਤ ਨੂੰ ਇਹਨਾਂ ਸ਼ਬਦਾਂ ਨਾਲ ਸਹੁੰ ਚੁਕਾਵੇ, ਜੇਕਰ ਤੂੰ ਕਿਸੇ ਨਾਲ ਵਿਚਾਰ ਕਰਕੇ ਆਪਣੇ ਪਤੀ ਵਿਰੁੱਧ ਵਿਸ਼ਵਾਸਘਾਤ ਨਹੀਂ ਕੀਤਾ ਤਾਂ ਇਸ ਪਾਣੀ ਦੁਆਰਾ ਆਉਣ ਵਾਲਾ ਸ਼ਰਾਪ ਤੇਰੇ ਤੇ ਨਾ ਆਵੇ। ਪਰ ਜੇਕਰ ਤੂੰ ਆਪਣੇ ਪਤੀ ਨੂੰ ਛੱਡ ਕੇ ਕਿਸੇ ਪਰਾਏ ਆਦਮੀ ਨਾਲ ਸੰਗ ਕਰਕੇ ਵਿਚਾਰ ਕੀਤਾ ਹੈ, ਪੁਰੋਹਿਤ ਉਸ ਔਰਤ ਨੂੰ ਸ਼ਰਾਪ ਦੀ ਸਹੁੰ ਚੁੱਕਣ ਲਈ ਕਹੇ, ਤਾਂ ਤੂੰ ਆਪਣੇ ਲੋਕਾਂ ਵਿੱਚ ਸ਼ਰਾਪੀ ਠਹਿਰੇ। ਇਸ ਕਾਰਨ ਤੇਰੀ ਜਾਂਘ ਸੜ ਜਾਵੇ ਅਤੇ ਤੇਰਾ ਪੇਟ ਸੁੱਜ ਜਾਵੇ। ਇਹ ਸ਼ਰਾਪ ਦਾ ਪਾਣੀ ਤੇਰੇ ਅੰਦਰ ਜਾ ਕੇ ਤੇਰੇ ਪੇਟ ਨੂੰ ਸਜਾ ਦੇਵੇ ਤੇ ਤੇਰੀ ਜਾਂਘ ਨੂੰ ਸਾੜ ਦੇਵੇ। ਇਸ ਤੇ ਉਹ ਔਰਤ ਉੱਤਰ ਦੇਵੇ, ਪ੍ਰਭੂ ਕਰੇ ਕਿ ਇਸੇ ਤਰ੍ਹਾਂ ਹੋਵੇ। ਤਦ ਪੁਰੋਹਿਤ ਇਸ ਸ਼ਰਾਪ ਦੇ ਸ਼ਬਦਾਂ ਨੂੰ ਇੱਕ ਪੋਥੀ ਵਿੱਚ ਲਿਖ ਕੇ ਉਹਨਾਂ ਨੂੰ ਕੌੜੇ ਪਾਣੀ ਨਾਲ ਧੋਵੇ। ਫਿਰ ਉਹ ਉਸ ਕੌੜੇ ਪਾਣੀ ਨੂੰ ਉਸ ਔਰਤ ਨੂੰ ਪਿਲਾਉਣ ਤੋਂ ਪਹਿਲਾਂ, ਜੋ ਉਸ ਦੇ ਅੰਦਰ ਜਾ ਕੇ ਤੇਜ਼ ਪੀੜ ਪੈਦਾ ਕਰੇਗਾ, ਪੁਰੋਹਿਤ ਉਸ ਔਰਤ ਦੇ ਹੱਥੋਂ ਉਹ ਮੈਦੇ ਦੀ ਭੇਟ ਲੈ ਕੇ ਵੇਦੀ ਦੇ ਕੋਲ ਲਿਆ ਕੇ ਪ੍ਰਭੂ ਦੇ ਸਾਹਮਣੇ ਹਿਲਾਵੇ। ਉਹ ਉਸ ਭੇਟ ਵਿੱਚ ਮੁੱਠੀ ਭਰ ਮੈਦਾ ਲੈ ਕੇ ਯਾਦਗਾਰੀ ਦੇ ਲਈ ਵੇਦੀ ਉੱਤੇ ਸਾੜੇ। ਇਸ ਦੇ ਪਿੱਛੋਂ ਉਹ ਉਸ ਔਰਤ ਨੂੰ ਕੌੜਾ ਪਾਣੀ ਪੀਣ ਦੇ ਲਈ ਦੇਵੇ। ਤਾਂ ਜੇਕਰ ਉਸ ਔਰਤ ਨੇ ਆਪਣੇ ਪਤੀ ਦੇ ਵਿਰੁੱਧ ਵਿਚਾਰ ਕੀਤਾ ਹੋਵੇਗਾ ਤਾਂ ਉਹ ਪਾਣੀ ਉਸ ਦੇ ਅੰਦਰ ਜਾ ਕੇ ਤੇਜ਼ ਪੀੜ ਪੈਦਾ ਕਰੇਗਾ ਤੇ ਇਸ ਨਾਲ ਉਸਦਾ ਪੇਟ ਸੁੱਜ ਜਾਵੇਗਾ ਤੇ ਉਸ ਦੀ ਜਾਨ ਸੜ ਜਾਵੇਗੀ। ਇਸ ਹਾਲਤ ਵਿੱਚ ਉਹ ਔਰਤ ਆਪਣੇ ਲੋਕਾਂ ਵਿੱਚ ਸ਼ਰਾਪੀ ਠਹਿਰੇਗੀ। ਪਰ ਜੇਕਰ ਉਸ ਔਰਤ ਨੇ ਵਿਚਾਰ ਕਰਕੇ ਆਪਣੇ ਆਪ ਨੂੰ ਭ੍ਰਸ਼ਟ ਨਹੀਂ ਕੀਤਾ ਤਾਂ ਉਸ ਤੇ ਉਹ ਪਾਣੀ ਕਿਸੇ ਤਰ੍ਹਾਂ ਦਾ ਅਸਰ ਨਹੀਂ ਕਰੇਗਾ ਅਤੇ ਉਹ ਸੰਤਾਨ ਨੂੰ ਜਨਮ ਦੇ ਯੋਗ ਰਹੇਗੀ। ਸੋ ਆਪਣੇ ਪਤੀ ਦੇ ਵਿਰੁੱਧ ਵਿਚਾਰ ਕਰਨ ਵਾਲੀ ਔਰਤ ਲਈ
ਜਾਂ ਤੇ ਉਸ ਔਰਤ ਦੇ ਲਈ ਜਿਸ ਤੇ ਉਸ ਦੇ ਪਤੀ ਦਾ ਵਿਸ਼ਵਾਸਘਾਤ ਦਾ ਸ਼ੱਕ ਕਰੇ, ਇਹ ਨਿਯਮ ਹੋਵੇਗਾ। ਇਹਨਾਂ ਦੋਹਾਂ ਹਾਲਤਾਂ ਵਿੱਚੋਂ ਕਿਸੇ ਦੇ ਤੇ ਵੀ ਹੋਣ ਤੇ ਉਸ ਦਾ ਪਤੀ ਉਸ ਔਰਤ ਨੂੰ ਪ੍ਰਭੂ ਦੇ ਸਾਹਮਣੇ ਖੜੀ ਕਰਕੇ ਕਰੇ ਅਤੇ ਪੁਰੋਹਿਤ ਇਸ ਨਿਯਮ ਦੀ ਉਸਦੇ ਲਈ ਪਾਲਣਾ ਕਰੇ। ਇਹ ਕਾਰਨ ਤੇ ਉਹ ਆਦਮੀ ਆਪਣੇ ਅਪਰਾਧ ਤੋਂ ਸੁਰਖਰੂ ਹੋਵੇਗਾ, ਪਰ ਉਹ ਔਰਤ ਆਪਣੇ ਕੀਤੇ ਦਾ ਫਲ ਭੋਗੇਗੀ। ਆਮੀਨ। ਹੁਣ ਅਸੀਂ ਇੱਥੇ ਕੀ ਦੇਖਦੇ ਪਏ ਹਾਂ? ਇੱਥੇ ਹੈ ਸ਼ੱਕ। ਸੋ ਕਾਰਨ ਇਹ ਆ ਕਿ ਪ੍ਰਭੂ ਇੱਥੇ ਇੱਕ ਬਹੁਤ ਵੱਡੀ ਪ੍ਰੋਟੈਕਸ਼ਨ ਲੈ ਕੇ ਆ ਰਿਹਾ ਔਰਤਾਂ ਦੇ ਲਈ ਕਿ ਤੂੰ ਸ਼ੱਕ ਦੀ ਬਿਨਾ ਦੇ ਉੱਤੇ ਹੀ ਤੂੰ ਕਿਸੇ ਔਰਤ ਦੇ ਨਾਲ ਉਹ ਬੁਰਾਈ ਨਾ ਹੋਣ ਦੇਣਾ। ਕਿ ਜੇ ਸਿਰਫ ਤੈਨੂੰ ਸ਼ੱਕ ਆ ਔਰ ਜੇ ਤੈਨੂੰ ਇਹ ਪਤਾ ਕਿ ਇਸ ਦੇ ਪਿੱਛੇ ਹੋਰ ਕੁਛ ਨਹੀਂ ਹੈਗਾ, ਇਸ ਦੇ ਪਿੱਛੇ ਇਹ ਵੀ ਹੈਗਾ ਕਿ ਉਹ ਆਦਮੀ ਉਸ ਔਰਤ ਨੂੰ ਛੱਡਣਾ ਨਾ, ਉਹਦਾ ਸਿਰਫ ਆਪਣਾ ਕੋਈ ਪਰਪਸ ਹੈ, ਤਾਂ ਪ੍ਰਭੂ ਨੇ ਇੱਥੇ ਬੜੀ ਪ੍ਰੋਟੈਕਸ਼ਨ ਦਿੱਤੀ ਆ। ਔਰ ਇੱਥੇ ਜਿਹੜੀ ਮੇਨ ਚੀਜ਼ ਆ ਉਹ ਇਹ ਆ ਕਿ ਪ੍ਰਭੂ ਨੇ ਕਿਹਾ ਕਿ ਉਸਦਾ ਫੈਸਲਾ ਮੈਂ ਕਰੂੰ। ਸੋ ਅਸੀਂ ਇੱਥੇ ਦੇਖਦੇ ਪਏ ਹਾਂ ਕਿ ਨਿਰਦੋਸ਼ ਔਰਤਾਂ ਜਿਨ੍ਹਾਂ ਦੇ ਉੱਤੇ ਇਸ ਤਰ੍ਹਾਂ ਦੇ ਸ਼ੱਕ ਦੇ ਤੌਰ ਦੇ ਉੱਤੇ ਜਿਨ੍ਹਾਂ ਦੀ ਜ਼ਿੰਦਗੀ ਬਰਬਾਦ ਕੀਤੀ ਜਾਣੀ ਸੀ, ਪ੍ਰਭੂ ਨੇ ਉਹ ਫੈਸਲਾ ਆਪਣੇ ਹੱਥ ਦੇ ਵਿੱਚ ਲੈ ਲਿਆ। ਔਰ ਜਿਸ ਲਈ ਮੈਂ ਇਸ ਦੀ ਤਿਆਰੀ ਕਰਦਾ ਪਿਆ ਸੀਗਾ ਤੇ ਮੈਨੂੰ ਜਿਹੜੀ ਇੱਕ ਚੀਜ਼ ਜਿਹੜੀ ਦੇਖਣ ਨੂੰ ਮਿਲੀ, ਉਹ ਕਹਿੰਦੇ ਕਿ ਕਈ ਵਾਰ ਜਿਹੜੇ ਉਹ ਆਦਮੀ ਹੁੰਦੇ ਸੀਗੇ ਉਹ ਆਪ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਜੀ ਰਹੇ ਹੁੰਦੇ ਸੀ ਔਰ ਉਹ ਸਿਰਫ ਉਸਨੂੰ ਆਪਣੀ ਔਰਤ ਨੂੰ ਆਪਣੇ ਘਰੋਂ ਕੱਢਣ ਦੇ ਲਈ ਉਹ ਇਸ ਤਰ੍ਹਾਂ ਦੇ ਕੰਮ ਕਰਦੇ ਹੁੰਦੇ ਸੀ ਇਸ ਤੋਂ ਪਹਿਲਾਂ। ਲੇਕਿਨ ਪ੍ਰਭੂ ਨੇ ਜਿਹੜਾ ਹੁਣ ਉਸਨੂੰ ਕਿਹਾ ਕਿ ਦੇਖੋ, ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਦੇਖੋ ਪ੍ਰਭੂ ਆਪਣੇ ਆਪ ਨੂੰ ਕਿਸ ਤਰ੍ਹਾਂ ਇਨਵੋਲਵ ਕਰਦਾ, ਉਸਨੂੰ ਬਚਾਉਣ ਵਾਲਾ ਕੌਣ, ਇੱਕ ਨਿਰਦੋਸ਼ ਨੂੰ ਬਚਾਉਣ ਵਾਲਾ ਕੌਣ। ਤੇ ਇੱਕ ਕੱਚੇ ਘੜੇ ਦੇ ਵਿੱਚ ਪਾਣੀ ਆ, ਉਹਦੇ ਵਿੱਚ ਚੁਟਕੀ ਆਟਾ ਹੈ ਤੇ ਉਹਦੇ ਵਿੱਚ ਚੁਟਕੀ ਮਿੱਟੀ, ਔਰ ਜੋ ਉਸਨੇ ਕਿਹਾ ਉਸਨੂੰ ਲਿਖਿਆ ਤੇ ਉਹਨੂੰ ਉਹਦੇ ਵਿੱਚ ਧੋ ਦਿੱਤਾ, ਉਸ ਨੂੰ ਪੀਣ ਨੂੰ ਦਿੱਤਾ। ਔਰ ਨਿਰਦੋਸ਼ ਜਿਹੜਾ, ਔਰ ਹਜ਼ਾਰਾਂ ਦੇ ਵਿੱਚੋਂ ਇੱਕ ਅੱਧਾ ਦੋਸ਼ੀ ਹੁੰਦਾ ਸੀ, ਹਜ਼ਾਰਾਂ ਦੇ ਵਿੱਚੋਂ ਇੱਕ ਅੱਧਾ ਦੋਸ਼ੀ ਹੁੰਦਾ ਸੀ। ਪਰ ਇਸ ਤਰ੍ਹਾਂ ਪ੍ਰਭੂ ਨੇ ਬਹੁਤ ਸਾਰੀਆਂ ਔਰਤਾਂ ਨੂੰ ਇੱਥੇ ਜਾਣ ਤੋਂ, ਉਸ ਰਸਤੇ ਤੇ ਜਾਣ ਤੋਂ ਕਿ ਉਹਨਾਂ ਦੇ ਘਰ ਬਰਬਾਦ ਨਾ ਹੋਣ, ਉਹਨਾਂ ਨੂੰ ਬਚਾ ਲਿਆ। ਔਰ ਇਸੇ ਕਰਕੇ ਜਿਸ ਵੇਲੇ ਅਸੀਂ ਯਹੂਨਾ ਦੇ ਵਿੱਚ ਜਾਂਦੇ ਹਾਂ, ਮੇਰੇ ਨਾਲ ਅਸੀਂ ਯਹੂਨਾ ਦੇ 8ਵੇਂ ਭਾਗ ਦੇ ਵਿੱਚ ਜਾਵਾਂਗੇ। ਉੱਥੇ ਅਸੀਂ ਇਹ ਦੇਖਾਂਗੇ ਕਿ ਉੱਥੇ ਪ੍ਰਭੂ ਨੇ ਕਿਸ ਤਰ੍ਹਾਂ ਕਿ ਇੱਕ ਔਰਤ ਜਿਸ ਨੂੰ ਉਹ ਕਹਿੰਦੇ ਕਿ ਅਸੀਂ ਦੇਖਿਆ, ਔਰ ਸਾਨੂੰ ਕਿਹਾ ਗਿਆ ਕਿ ਏਦਾਂ ਦੀ ਔਰਤਾਂ ਨੂੰ ਪੱਥਰ ਮਾਰ ਕੇ ਮਾਰ ਦੇਣਾ ਚਾਹੀਦਾ। ਵਾਲ ਜੇ ਤੁਸੀਂ ਪੱਥਰ ਮਾਰ ਕੇ ਮਾਰਨਾ ਹੀ ਹੈ, ਜੇ ਤੁਹਾਡੇ ਕੋਲ ਚਸ਼ਮਦੀਦ ਗਵਾਹ ਹੈਗਾ ਆ ਤੇ ਪੱਥਰ ਮਾਰ ਕੇ ਮਾਰ ਦਿਓ। ਯਿਸੂ ਕੋਲ ਲਿਆਉਣ ਦਾ ਕੀ ਕੰਮ ਹੈ? ਸਭ ਤੋਂ ਪਹਿਲਾਂ ਮਤਲਬ ਦੋ ਚੀਜ਼ਾਂ ਦੇਖਣੀਆਂ ਚਾਹੁੰਦੇ ਆ। ਨੰਬਰ 1 ਉਹ ਇਹ ਦੇਖਣਾ ਚਾਹੁੰਦੇ ਆ ਕਿ ਇਹ ਕਹਿੰਦਾ ਕਿ ਇਸ ਨੂੰ ਮਾਰ ਦਿਓ, ਤਾਂ ਇਹ ਜਿਸ ਲਈ ਕਹਿੰਦਾ ਹੈਗਾ ਕਿ ਮੈਂ ਸਜ਼ਾ ਨਹੀਂ ਲੈ ਕੇ ਆਇਆ, ਮੈਂ ਮਾਫੀ ਲੈ ਕੇ ਆਇਆ, ਤੇ ਫਿਰ ਇਸ ਦੀ ਉਹ ਗੱਲ ਗਲਤ। ਜੇ ਇਹ ਕਹਿੰਦਾ ਕਿ ਤੁਸੀਂ ਇਸ ਨੂੰ ਛੱਡ ਦਿਓ ਤੇ ਮੂਸਾ ਦੇ ਲਾ ਨੂੰ, ਜਿਹੜਾ ਮੂਸਾ ਨੇ ਸਾਨੂੰ ਹੁਕਮ ਦਿੱਤੇ, ਉਹ ਨਹੀਂ ਮੰਨਦਾ ਪਿਆ।
ਲੇਕਿਨ ਇੱਕ ਚੀਜ਼ ਇੱਥੇ ਅਸੀਂ ਬੜੀ ਹੈਰਾਨੀ ਵਾਲੀ ਦੇਖਣੀ ਆ। ਸੋ ਆਓ ਅਸੀਂ ਇਸ ਨੂੰ 1 ਤੋਂ ਲੈ ਕੇ 11 ਆਇਤ ਤੱਕ, 8ਵਾਂ ਭਾਗ 1 ਤੋਂ ਲੈ ਕੇ 11 ਆਇਤ ਤੱਕ ਇਸ ਨੂੰ ਦੇਖਦੇ। 178 ਪੇਜ। ਵਿਚਾਰਨ ਔਰਤ ਦਾ ਛੁਟਕਾਰਾ। ਪਰ ਯਿਸੂ ਜੈਤੂਨ ਦੇ ਪਹਾੜ ਵੱਲ ਚਲੇ ਗਏ। ਅਗਲੇ ਦਿਨ ਸਵੇਰੇ ਹੀ ਫੇਰ ਉਹ ਮੰਦਿਰ ਵਿੱਚ ਗਏ। ਸਾਰੇ ਲੋਕੀ ਉਹਨਾਂ ਕੋਲ ਇਕੱਠੇ ਹੋ ਗਏ ਅਤੇ ਉਹ ਉਹਨਾਂ ਨੂੰ ਬੈਠ ਕੇ ਸਿੱਖਿਆ ਦੇਣ ਲੱਗੇ। ਧਰਮ ਗ੍ਰੰਥੀ ਅਤੇ ਫਰੀਸੀ ਇੱਕ ਔਰਤ ਨੂੰ ਲਿਆਏ ਜੋ ਵਿਚਾਰ ਕਰਦੀ ਫੜੀ ਗਈ ਸੀ। ਉਹ ਉਸ ਔਰਤ ਨੂੰ ਵਿਚਕਾਰ ਖੜਾ ਕਰਕੇ ਬੋਲੇ, ਗੁਰੂ ਜੀ, ਇਹ ਔਰਤ ਵਿਚਾਰ ਕਰਦੀ ਫੜੀ ਗਈ ਹੈ। ਸਾਡੀ ਵਿਵਸਥਾ ਵਿੱਚ ਮੂਸਾ ਨੇ ਸਾਨੂੰ ਆਗਿਆ ਦਿੱਤੀ ਹੈ ਕਿ ਇਹੋ ਜਿਹੀਆਂ ਔਰਤਾਂ ਨੂੰ ਪਥਰਾਓ ਕਰਕੇ ਮਾਰ ਦਿੱਤਾ ਜਾਵੇ। ਪਰ ਤੁਸੀਂ ਕੀ ਕਹਿੰਦੇ ਹੋ? ਇਹ ਉਹਨਾਂ ਨੇ ਯਿਸੂ ਨੂੰ ਪਰਖਣ ਵਾਸਤੇ ਕਿਹਾ ਕਿ ਉਹ ਯਿਸੂ ਉੱਤੇ ਕੋਈ ਦੋਸ਼ ਲਾ ਸਕਣ। ਪਰ ਯਿਸੂ ਝੁੱਕ ਕੇ ਉਂਗਲੀ ਨਾਲ ਜ਼ਮੀਨ ਉੱਤੇ ਕੁਝ ਲਿਖਣ ਲੱਗੇ। ਪਰ ਜਦੋਂ ਉਹ ਲੋਕੀ ਉੱਥੇ ਖੜੇ ਯਿਸੂ ਤੋਂ ਪੁੱਛਦੇ ਹੀ ਰਹੇ ਤਾਂ ਉਹਨਾਂ ਨੇ ਆਪਣਾ ਸਿਰ ਉਤਾਂਹ ਚੁੱਕ ਕੇ ਉਹਨਾਂ ਧਰਮ ਗ੍ਰੰਥੀਆਂ ਤੇ ਫਰੀਸੀਆਂ ਨੂੰ ਕਿਹਾ, ਤੁਹਾਡੇ ਵਿੱਚੋਂ ਜੋ ਕੋਈ ਵੀ ਬਿਨਾਂ ਪਾਪ ਦੇ ਹੈ, ਉਹੀ ਪਹਿਲਾ ਪੱਥਰ ਇਸ ਨੂੰ ਮਾਰੇ। ਇਹ ਕਹਿ ਕੇ ਉਹ ਫੇਰ ਝੁੱਕ ਕੇ ਜ਼ਮੀਨ ਉੱਤੇ ਲਿਖਣ ਲੱਗੇ। ਜਦੋਂ ਉਹਨਾਂ ਨੇ ਇਹ ਸੁਣਿਆ ਤਾਂ ਉਹ ਵੱਡਿਆਂ ਤੋਂ ਸ਼ੁਰੂ ਕਰਕੇ ਛੋਟਿਆਂ ਤੱਕ ਸਾਰੇ ਇੱਕ ਇੱਕ ਕਰਕੇ ਉੱਥੋਂ ਖਿਸਕ ਗਏ। ਕੇਵਲ ਯਿਸੂ ਅਤੇ ਉਹ ਔਰਤ ਜੋ ਵਿਚਕਾਰ ਸੀ ਉੱਥੇ ਰਹਿ ਗਏ। ਯਿਸੂ ਨੇ ਫਿਰ ਆਪਣਾ ਸਿਰ ਉਤਾਂਹ ਚੁੱਕਿਆ ਤੇ ਉਸ ਔਰਤ ਨੂੰ ਕਿਹਾ, ਬੀਬੀ, ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਅਪਰਾਧੀ ਨਹੀਂ ਠਹਿਰਾਇਆ? ਉਸ ਔਰਤ ਨੇ ਉੱਤਰ ਦਿੱਤਾ, ਪ੍ਰਭੂ ਜੀ, ਕਿਸੇ ਨੇ ਨਹੀਂ। ਯਿਸੂ ਨੇ ਕਿਹਾ, ਮੈਂ ਵੀ ਤੈਨੂੰ ਅਪਰਾਧੀ ਨਹੀਂ ਠਹਿਰਾਉਂਦਾ। ਜਾ, ਅੱਗੋਂ ਤੋਂ ਫਿਰ ਪਾਪ ਨਾ ਕਰੀ। ਅੱਛਾ, ਹੁਣ ਇੱਥੇ ਜਿਹੜਾ ਸਭ ਤੋਂ ਵੱਡੀ ਚੀਜ਼ ਜਿਹੜੀ ਹੋ ਰਹੀ ਆ ਉਹ ਇਹ ਹੋ ਰਹੀ ਆ ਕਿ ਉਹਨਾਂ ਦਾ ਡੇਰਿਆਂ ਦਾ ਤਿਉਹਾਰ ਚੱਲਦਾ ਪਿਆ, ਔਰ ਇਹ ਆਖਰੀ ਦਿਨ, ਡੇਰਿਆਂ ਦੇ ਤਿਉਹਾਰ ਦਾ ਆਖਰੀ ਦਿਨ। ਔਰ ਆਖਰੀ ਦਿਨ ਜਿਹੜਾ ਉਹਨਾਂ ਦਾ ਪ੍ਰੋਸੈਸ਼ਨ ਆ ਉਹ ਸ਼ਾਲੋਮ ਦੇ ਜਿਹੜਾ ਤਲਾਅ ਆ ਥੱਲੇ, ਉੱਥੇ ਮਹਾਂਪੁਰੋਹਿਤ ਗਿਆ ਆ। ਉਸਨੇ ਉੱਥੋਂ ਪਾਣੀ ਦਾ ਭਾਂਡਾ ਭਰਿਆ ਆ ਔਰ ਬੜੇ ਬਾਜੇ ਗਾਜੇ ਦੇ ਨਾਲ ਗਾਉਂਦੇ ਉਹ ਉਸ ਨੂੰ ਪ੍ਰਭੂ ਦੇ ਮੰਦਿਰ ਦੇ ਵਿੱਚ ਲੈ ਕੇ ਜਾ ਰਹੇ। ਮੰਦਿਰ ਦੇ ਵਿੱਚ ਜਿੱਥੇ ਬੇਦੀ ਆ, ਉਹਨਾਂ ਨੇ ਉਹ ਜਿਹੜਾ ਪਾਣੀ ਆ ਉਸ ਨੂੰ ਬੇਦੀ ਦੇ ਉੱਤੇ ਪਾਉਣਾ ਔਰ ਫਿਰ ਕਹਿਣਾ ਕਿ ਪ੍ਰਭੂ ਦਾ ਸ਼ੁਕਰ ਹੈ ਜਿਸ ਨੇ ਸਾਨੂੰ, ਇਹ ਜਿਹੜਾ ਤਿਉਹਾਰ ਮਨਾਇਆ ਜਾਂਦਾ ਸੀ, ਇਹ ਉਜਾੜ ਦੇ ਵਿੱਚ ਪ੍ਰਭੂ ਨੇ ਸਾਨੂੰ ਕਿਸ ਤਰ੍ਹਾਂ ਸੰਭਾਲਿਆ। ਸੋ ਇਹਨਾਂ ਦਿਨਾਂ ਦੇ ਵਿੱਚ ਉਹ ਪ੍ਰਭੂ ਦਾ ਸ਼ੁਕਰ ਕਰਦੇ ਸੀਗੇ ਕਿ ਪ੍ਰਭੂ ਦਾ ਸ਼ੁਕਰ ਹੈ ਜਿਸ ਨੇ ਸਾਨੂੰ ਸਵਰਗ ਤੋਂ ਮੰਨਾ ਦਿੱਤਾ ਔਰ ਉਸਨੇ ਚੱਟਾਨ ਦੇ ਵਿੱਚੋਂ ਸਾਨੂੰ ਪਾਣੀ ਦਿੱਤਾ। ਔਰ ਇਹ ਜਿਹੜਾ ਪਾਣੀ ਸੀਗਾ, ਜਿੱਥੇ ਮੰਦਿਰ ਬਣਿਆ ਸੀ, ਮੰਦਿਰ ਦੇ ਲਾਗੇ ਇੱਕ ਸੁੰਮ ਫੁੱਟਦਾ ਸੀ ਧਰਤੀ ਦੇ ਵਿੱਚੋਂ, ਔਰ ਉਸਦਾ ਪਾਣੀ ਜਿਸ ਲਈ ਜਾ ਕੇ ਉਹ ਥੱਲੇ ਉਹ ਇਕੱਠਾ ਹੋ ਜਾਂਦਾ ਸੀ, ਜਿਹਦੇ ਤੋਂ ਸਾਰੇ ਜਿਹੜੇ ਪੀਸ ਸੀਗੇ ਆਪਣੇ ਆਪ ਨੂੰ ਸ਼ੁੱਧ ਕਰਦੇ ਸੀਗੇ, ਮੰਦਿਰ ਦੇ ਵਿੱਚ ਸੀਗਾ। ਔਰ ਇੱਥੇ ਜੋ ਹੋ ਰਿਹਾ ਉਹ ਇਹ ਹੋ ਰਿਹਾ ਕਿ ਹੁਣ ਉਹ ਜਿਹੜਾ ਤਿਉਹਾਰ ਆ ਔਰ ਪੁਰੋਹਿਤ ਨੇ, ਮਹਾਂਪੁਰੋਹਿਤ ਨੇ ਉੱਥੋਂ ਖੜੇ ਹੋ ਕੇ ਇਹ ਕਹਿਣਾ ਸੀਗਾ, ਸਨਾਟਾ ਛਾਇਆ ਸੀਗਾ। ਮਹਾਂਪੁਰੋਹਿਤ ਨੇ ਉੱਥੇ ਖੜੇ ਹੋ ਕੇ ਇਹ ਕਹਿਣਾ ਸੀ, ਤੁਹਾਨੂੰ ਉਹ ਪ੍ਰਭੂ ਜਿਸ ਨੇ ਸਾਨੂੰ ਚੱਟਾਨ ਤੋਂ ਪੀਣ ਦੇ ਲਈ ਦਿੱਤਾ, ਤੇ ਉਸਨੇ ਉਹ ਪਾਣੀ ਉਹਦੇ ਉੱਤੇ ਪਾ ਦੇਣਾ ਸੀ। ਸੋ ਦੋ ਚੀਜ਼ਾਂ ਦਰਸਾਉਂਦੀਆਂ ਸੀ। ਇਹ ਪਾਣੀ ਵੀ ਚੱਟਾਨ ਦੇ ਵਿੱਚੋਂ ਨਿਕਲਦਾ ਪਿਆ ਸੀ ਔਰ ਜਾ ਕੇ ਉਸ ਪੂਲ ਦੇ ਵਿੱਚ ਇਕੱਠਾ ਹੋ ਜਾਂਦਾ ਸੀ। ਉਹ ਪਾਣੀ ਵੀ ਚੱਟਾਨ ਦੇ ਵਿੱਚੋਂ ਉਹਨਾਂ ਨੂੰ ਮਿਲਦਾ ਪਿਆ ਸੀ। ਪਰ ਜਿਸ ਵੇਲੇ ਉਹ ਸਨਾਟਾ ਛਾਇਆ, ਜਿਸ ਵੇਲੇ ਉਹਨਾਂ ਨੇ ਸਾਰਾ ਕੁਝ ਬਾਜਾ ਗਾਜਾ ਸਭ ਖਤਮ ਹੋ ਗਿਆ, ਹੁਣ ਪੁਰੋਹਿਤ ਨੇ ਬਰਕਤ ਦੇਣੀ ਹੈ, ਤੇ ਪ੍ਰਭੂ ਯਿਸੂ ਮਸੀਹ ਉੱਥੇ ਇਹ ਕਹਿਣ ਲੱਗੇ ਕਿ ਜੇ ਕੋਈ ਤਿਹਾਇਆ ਤਾਂ ਉਹ ਮੇਰੇ ਕੋਲ ਆਏ ਅਤੇ ਪੀਏ। ਜਿਸ ਤਰ੍ਹਾਂ ਧਰਮ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਹੈ ਕਿ ਉਹ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਸਦੇ ਅੰਦਰੋਂ ਜੀਵਨ ਜਲ ਦੀਆਂ ਧਾਰਾਂ ਫੁੱਟ ਪੈਣਗੀਆਂ। ਔਰ ਜਿਸ ਲਈ ਪ੍ਰਭੂ ਯਿਸੂ ਮਸੀਹ ਇਹ ਚੀਜ਼ ਬੋਲੇ ਆ, ਤੇ ਜਿਹੜੀ ਉੱਥੇ ਭੀੜ ਆ ਉਸ ਦੇ ਵਿੱਚ ਹੁਣ ਵੱਖ-ਵੱਖ ਵਿਚਾਰ ਹੋ ਗਏ। ਕੋਈ ਕਹਿ ਰਿਹਾ ਕਿ ਇਹ ਆਉਣ ਵਾਲਾ ਮਸੀਹ ਆ, ਮਸੀਹ ਤੋਂ ਸਿਵਾਏ ਇਹ ਕਿਸੇ ਨੇ ਕਹਿਣਾ ਨਹੀਂ ਸੀ। ਕੋਈ ਕਹਿ ਰਿਹਾ ਕਿ ਨਹੀਂ, ਇਹ ਮਸੀਹ ਨਹੀਂ। ਕੋਈ ਕਹਿ ਰਿਹਾ ਜੇ ਇਹ ਮਸੀਹ ਨਹੀਂ ਤੇ ਕੀ ਜਦੋਂ ਮਸੀਹ ਆਏਗਾ ਇਹਦੇ ਤੋਂ ਜ਼ਿਆਦਾ ਕੰਮ ਕਰੇਗਾ ਜੋ ਅਸੀਂ ਦੇਖਦੇ ਪਏ ਹਾਂ। ਸੋ ਉੱਥੇ ਜਿਹੜੇ ਵਿਚਾਰ ਆ ਉਹ ਬਹੁਤ ਲੋਕਾਂ ਦੇ ਵੱਖ-ਵੱਖ ਹੋ ਗਏ। ਔਰ ਉਹਦੇ ਜਿਸ ਵੇਲੇ ਉਹ ਹੁਣ ਅੱਗੇ ਗਏ ਆ
ਤੇ ਉਹ ਪ੍ਰਭੂ ਯਿਸੂ ਮਸੀਹ ਨੂੰ ਫੜਨਾ ਚਾਹੁੰਦੇ, ਜਿਹੜੇ ਉਹਨਾਂ ਨੇ ਪਹਿਰੇਦਾਰ ਘੱਲੇ ਆ। ਸੋ ਅਸੀਂ ਜਿਸਲੇ ਪਹਿਰੇਦਾਰਾਂ ਨੂੰ ਦੇਖਦੇ ਹਾਂ ਤਾਂ 45 ਆਇਤ ਵਿੱਚ ਅਸੀਂ ਆ ਜਾਂਦੇ, ਜਿਸਲੇ 7ਵਾਂ ਭਾਗ 45 ਆਇਤ ਕਹਿੰਦਾ, ਇਸ ਲਈ ਮੰਦਿਰ ਦੇ ਪਹਿਰੇਦਾਰ ਵਾਪਸ ਮਹਾਪੁਰੋਹਿਤ ਅਤੇ ਫਰੀਸੀਆਂ ਦੇ ਕੋਲ ਮੁੜ ਆਏ ਅਤੇ ਉਹਨਾਂ ਨੇ ਪਹਿਰੇਦਾਰਾਂ ਤੋਂ ਪੁੱਛਿਆ, ਤੁਸੀਂ ਉਸ ਨੂੰ ਆਪਣੇ ਨਾਲ ਕਿਉਂ ਨਹੀਂ ਲਿਆਏ? ਪਹਿਰੇਦਾਰਾਂ ਨੇ ਉੱਤਰ ਦਿੱਤਾ, ਇਸ ਮਨੁੱਖ ਦੀ ਤਰ੍ਹਾਂ ਅੱਜ ਤੱਕ ਕੋਈ ਨਹੀਂ ਬੋਲਿਆ ਹੈ। ਔਰ ਉੱਥੇ ਕਹਿੰਦੇ ਕਹਾਉਂਦੇ ਵਿਦਵਾਨ ਬੈਠੇ, ਉੱਥੇ ਸਾਰੇ ਜੂਡਾਇਜ਼ਮ ਦੇ, ਯਹੂਦੀ ਧਰਮ ਦੇ ਫਿਲਾਸਫਰ, ਟੀਚਰ ਉੱਥੇ ਬੈਠੇ, ਔਰ ਉਹ ਕਹਿ ਰਿਹਾ ਕਿ ਇਹਦੇ ਵਰਗੇ ਇਹ ਸ਼ਬਦ ਅਸੀਂ ਨਹੀਂ ਕਦੇ ਵੀ ਸੁਣੇ। ਹੁਣ ਉਹ ਜਲੇ ਪਏ, ਉਹ ਜਲੇ ਪਏ। ਸੋ ਹੁਣ ਉਹਨਾਂ ਨੇ ਕਿਹਾ ਕਿ ਹੁਣ ਇਸ ਨੂੰ ਫੜਿਆ ਜਾਏ। ਉਹਨਾਂ ਨੇ ਸਕੀਮ ਲਗਾਈ। ਸੋ ਇੱਕ ਔਰਤ ਨੂੰ ਫੜ ਕੇ ਲਿਆਏ, ਉਸ ਦੇ ਉੱਤੇ ਉਹਨਾਂ ਨੇ ਇਹ ਧਰਮ ਦੇ ਗ੍ਰੰਥ ਦੇ ਵਿੱਚੋਂ ਇੱਕ ਉਹਨਾਂ ਨੇ ਇੱਕ ਹਿੱਸਾ ਚੁੱਕਿਆ ਕਿ ਜਦ ਕੋਈ ਵੀ ਇਸ ਤਰ੍ਹਾਂ ਦੀ ਬੁਰਾਈ ਕਰਦਾ ਫੜਿਆ ਜਾਏ ਤਾਂ ਦੋਨੇ ਆਦਮੀ ਔਰ ਔਰਤ ਦੋਨਾਂ ਨੂੰ ਪੱਥਰ ਮਾਰ ਦਿੱਤਾ ਜਾਏ। ਪਰ ਉਹ ਆਦਮੀ ਨੂੰ ਲੈ ਕੇ ਨਹੀਂ ਆਏ, ਸਿਰਫ ਔਰਤ ਨੂੰ ਲੈ ਕੇ ਆਏ ਔਰ ਉਸਨੂੰ ਘਸੀਟਦੇ ਹੋਏ ਉਹਦੇ ਕੋਲ ਪ੍ਰਭੂ ਦੇ ਕੋਲ ਲੈ ਕੇ ਆਏ। ਸੋ ਪ੍ਰਭੂ ਯਿਸੂ ਮਸੀਹ ਨੇ ਉਸਨੂੰ ਪੱਥਰ ਮਾਰਨ ਦੇ ਲਈ ਕਿਉਂ ਨਹੀਂ ਕਿਹਾ? ਕਿਉਂਕਿ ਉਹ ਜਿਹੜਾ ਧਰਮ, ਜਿਹੜਾ ਹਿੱਸਾ ਉਹ ਕੋਟ ਕਰਦੇ ਪਏ ਆ, ਉਹਦੇ ਵਿੱਚ ਦੋਨਾਂ ਦੇ ਲਈ, ਸੋ ਮਰਦ ਦੇ ਲਈ ਉਹਨਾਂ ਨੇ ਇੱਕ ਵੱਖਰੀ ਪਾਲਿਸੀ ਬਣਾ ਲਈ ਹੈ, ਔਰਤ ਦੇ ਲਈ ਵੱਖਰੀ। ਇਹ ਸਭ ਅਸੀਂ ਤਾਂ ਦੇਖਿਆ ਕਿ ਪ੍ਰਭੂ ਨੇ ਔਰਤ ਦੇ ਲਈ ਆਪਣੇ ਆਪ ਨੂੰ ਉੱਥੇ ਪ੍ਰੋਟੈਕਸ਼ਨ ਬਣਾ ਲਿਆ, ਔਰ ਇੱਥੇ ਵੀ ਪ੍ਰਭੂ ਨੇ ਆਪਣੇ ਆਪ ਨੂੰ ਉਸ ਨੂੰ ਬਚਾਉਣ ਵਾਲਾ, ਉਸ ਨੂੰ ਪ੍ਰੋਟੈਕਟ ਕਰਨ ਵਾਲਾ ਬਣਾ ਲਿਆ। ਸੋ ਜਿਸ ਲਈ ਅਸੀਂ ਇਸ ਨੂੰ ਦੇਖਦੇ ਹਾਂ, ਮੰਦਿਰ ਦੇ ਕੋਲ ਆ ਗਏ ਔਰ ਪ੍ਰਭੂ ਯਿਸੂ ਮਸੀਹ ਉੱਥੇ ਜੈਤੂਨ ਦੇ ਪਹਾੜ ਦੇ ਲਾਗੇ ਬੈਠੇ ਆ, ਔਰ ਉਹ ਸਾਰੇ ਉਸ ਨੂੰ ਲੈ ਆਇਆ ਔਰ ਪ੍ਰਭੂ ਯਿਸੂ ਸਿੱਖਿਆ ਦਿੰਦੇ ਪਏ ਆ। ਸੋ ਧਰਮ ਗ੍ਰੰਥੀ ਉਸ ਨੂੰ ਲਿਆਏ, ਕਹਿੰਦੇ ਵਿਚਾਰ ਕਰਦੀ ਫੜੀ ਗਈ। ਸਾਡਾ ਗੁਰੂ ਜੀ, ਇਹ ਔਰਤ ਵਿਚਾਰ ਕਰਦੀ ਫੜੀ ਗਈ ਹੈ। ਸਾਡੀ ਵਿਵਸਥਾ ਵਿੱਚ ਮੂਸਾ ਨੇ ਸਾਨੂੰ ਕਿਹਾ ਕਿ ਇਹੋ ਜਿਹੀਆਂ ਔਰਤਾਂ ਨੂੰ ਪਥਰਾਓ ਕਰਕੇ ਮਾਰ ਦਿੱਤਾ ਜਾਵੇ, ਪਰ ਤੁਸੀਂ ਕੀ ਕਹਿੰਦੇ ਹੋ? ਔਰ ਜਿੱਦਾਂ ਅਸੀਂ ਦੇਖਿਆ ਕਿ ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਦੂਸਰਾ ਕਿੱਥੇ? ਜਦ ਫੜਿਆ ਗਏ ਆ ਤਾਂ ਉਸਨੂੰ ਫੜ ਕੇ ਤੁਸੀਂ ਕਿਉਂ ਨਹੀਂ ਲੈ ਕੇ ਆਏ? ਸੋ ਉਹਨਾਂ ਨੇ ਜਿਹੜਾ ਮੂਸਾ ਦਾ ਹੁਕਮ ਆ ਉੱਥੇ ਆਪ ਤੋੜ ਦਿੱਤਾ, ਕਿਉਂਕਿ ਬੰਦਿਆਂ ਦੇ ਲਈ ਸਾਨੂੰ ਪਤਾ ਲੱਗਦਾ ਕਿ ਬੰਦਿਆਂ ਦੇ ਲਈ ਇੱਕ ਵੱਖਰਾ ਨਿਯਮ ਆ ਔਰ ਔਰਤਾਂ ਦੇ ਲਈ ਇੱਕ ਵੱਖਰਾ ਨਿਯਮ। ਸੋ ਪ੍ਰਭੂ ਯਿਸੂ ਮਸੀਹ ਜ਼ਮੀਨ ਦੇ ਉੱਤੇ ਕੁਝ ਲਿਖਣ ਲੱਗੇ। ਸੋ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਬਾਰ-ਬਾਰ ਹੁਣ ਇੱਕੋ ਚੀਜ਼ ਪੁੱਛੀ ਜਾਂਦੇ ਆ ਕਿ ਤੁਸੀਂ ਕੀ ਕਹਿੰਦੇ ਆ? ਧਰਮ ਤਾਂ ਏਦਾਂ ਕਹਿੰਦਾ ਆ, ਤੁਸੀਂ ਕੀ ਕਹਿੰਦੇ? ਜਿੱਦਾਂ ਬਹਿਸ ਕਰਦੇ ਹੁੰਦੇ। ਪ੍ਰਭੂ ਯਿਸੂ ਕੁਛ ਨਹੀਂ ਬੋਲਦੇ ਪਏ, ਉਹਨਾਂ ਨੂੰ ਰੌਲਾ ਪਾ ਲੈਣ ਦਿੰਦੇ। ਔਰ ਹੁਣ ਉੱਥੇ ਸਿਰਫ ਉਹ ਧਰਮ ਗ੍ਰੰਥੀ ਤੇ ਜਿਹੜੇ ਉਹਨਾਂ ਦੇ ਚਾਰ ਚਪਾਟੇ ਆ ਉੱਥੇ ਉਹ ਖੜੇ। ਤੇ ਯਿਸੂ ਨੇ ਇੱਥੇ ਇੱਕ ਚੀਜ਼ ਕਹੀ, ਕਹਿੰਦੇ ਜਿਸਨੇ ਪਾਪ ਨਹੀਂ ਕੀਤਾ ਪਹਿਲਾ ਪੱਥਰ ਉਹ ਮਾਰੇ। ਔਰ ਧਰਮ ਗ੍ਰੰਥੀਆਂ ਨੂੰ ਉੱਥੇ ਪਤਾ ਲੱਗ ਗਿਆ ਕਿ ਉਹ ਕੀ ਕਹਿੰਦਾ ਪਿਆ, ਉਹ ਸਮਝ ਗਏ। ਸੋ ਵੱਡੀ ਉਮਰ ਔਰ ਵੱਡੇ ਅਹੁਦੇ ਤੋਂ ਲੈ ਕੇ ਛੋਟੇ ਤੱਕ, ਜਿਹੜੇ ਛੋਟੇ ਚਮਚੇ ਬਾਲ ਕੇ ਸੀਗੇ ਉਹਨਾਂ ਦੇ, ਉਹ ਆਪਣੇ ਪੱਥਰ ਉੱਥੇ ਸੁੱਟ ਕੇ ਹੁਣ ਜਿਹੜਾ ਸਾਰੇ ਦਾ ਸਾਰਾ ਕੇਸ ਜਿਹੜਾ ਆ ਗਿਆ ਆ, ਉਹ ਪ੍ਰਭੂ ਯਿਸੂ ਮਸੀਹ ਦੀ ਕੋਰਟ ਦੇ ਵਿੱਚ ਆ ਗਿਆ। ਜਿਸ ਤਰ੍ਹਾਂ ਅਸੀਂ
ਪਿੱਛੇ ਲੇਵੀਆਂ ਦੀ ਪੋਥੀ 'ਚ ਗਿਣਤੀ ਦੀ ਪੋਥੀ ਦੇ ਵਿੱਚ ਪੜ੍ਹ ਕੇ ਆਏ। ਸਾਰੇ ਦਾ ਸਾਰਾ ਕੇਸ ਹੁਣ ਪ੍ਰਭੂ ਯਿਸੂ ਮਸੀਹ ਦੀ ਕੋਲ 'ਚ ਆਇਆ। ਔਰ ਪ੍ਰਭੂ ਨੇ ਉਸਨੂੰ ਪੁੱਛਿਆ ਕਿ ਤੈਨੂੰ ਕਿਸੇ ਨੇ ਤੇਰੇ ਪੱਥਰ ਨਹੀਂ ਮਾਰੇ, ਤੈਨੂੰ ਦੋਸ਼ੀ ਨਹੀਂ ਠਹਿਰਾਇਆ? ਨਹੀਂ, ਜਾ ਤੈਨੂੰ ਮੈਂ ਵੀ ਦੋਸ਼ੀ ਜਾ ਤੈਨੂੰ ਮੈਂ ਵੀ ਦੋਸ਼ੀ। ਉਸੇ ਦੇਖੋ ਕਿੰਨੀ ਵੱਡੀ ਪ੍ਰੋਟੈਕਸ਼ਨ ਪ੍ਰਭੂ ਨੇ ਜਿਹੜੀ ਔਰਤ ਨੂੰ ਦਿੱਤੀ ਹੈ। ਆਪਣੀ ਪ੍ਰੋਟੈਕਸ਼ਨ, ਆਪਣੀ ਪ੍ਰੋਟੈਕਸ਼ਨ। ਪਿੱਛੇ ਵੀ ਅਸੀਂ ਦੇਖ ਕੇ ਆਏ, ਉੱਥੇ ਵੀ ਔਰ ਇੱਥੇ। ਇਹ ਅਸੀਂ ਜਿਸ ਤਰ੍ਹਾਂ ਉਸ ਵਚਨ ਦੇ ਹਿੱਸੇ ਨੂੰ ਅਸੀਂ ਪੜ੍ਹਦੇ ਹਾਂ, ਉਸ ਨੂੰ ਅਸੀਂ ਇਸ ਤਰ੍ਹਾਂ ਦੇ ਆਪਣਾ ਟਾਈਮ ਹੋ ਗਿਆ। ਪਿਆਰੇ ਪ੍ਰਭੂ, ਮੈਂ ਤੇਰਾ ਸ਼ੁਕਰ ਕਰਦਾ ਅੱਜ ਦੇ ਦਿਨ ਦੇ ਲਈ, ਤੇਰੇ ਰਹਿਮ ਦੇ ਲਈ, ਤੇਰੀ ਦਇਆ ਦੇ ਲਈ, ਤੇਰੇ ਪਿਆਰ ਦੇ ਲਈ। ਮੈਂ ਸਮੇਂ ਨੂੰ ਪ੍ਰਭੂ ਜੀ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਦਾ। ਪਿਆਰੇ ਪ੍ਰਭੂ, ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ ਪਹੁੰਚ ਜਾਏ। ਤੇਰਾ ਬਚਾਓ ਵਾਲਾ ਹੱਥ ਸਾਡੇ ਸਭ ਦੇ ਨਾਲ। ਪਿਆਰੇ ਪ੍ਰਭੂ, ਆਪਣੇ ਤਨ ਨੂੰ, ਮਨ ਨੂੰ ਔਰ ਆਤਮਾ ਨੂੰ ਤੇਰੀ ਹਜ਼ੂਰੀ ਦੇ ਵਿੱਚ ਲੈ ਕੇ ਆਓ। ਤਨ ਨੂੰ ਤੰਦਰੁਸਤੀ ਦੇ, ਮਨ ਨੂੰ ਪ੍ਰਭੂ ਜੀ ਤਾਜ਼ਗੀ ਦੇ, ਔਰ ਆਤਮਾ ਨੂੰ ਆਪਣੀ ਮਜ਼ਬੂਤੀ ਦੇ। ਪਿਆਰੇ ਪ੍ਰਭੂ, ਜਦ ਤੱਕ ਅਸੀਂ ਦੁਬਾਰਾ ਮਿਲੀਏ, ਤੇਰਾ ਰਹਿਮ, ਤੇਰੀ ਕਿਰਪਾ ਸਾਡੇ ਸਭ ਦੇ ਨਾਲ ਹੋਵੇ। ਅਸੀਂ ਆਪਣੇ ਆਪ ਨੂੰ ਔਰ ਆਪਣੇ ਬੱਚਿਆਂ ਨੂੰ ਤੇਰੀ ਹਜ਼ੂਰੀ ਦੇ ਵਿੱਚ ਕਰੀਏ। ਖੁਦਾਵੰਦ, ਤੂੰ ਇਹਨਾਂ ਦੇ ਰਸਤਿਆਂ ਨੂੰ ਸਿੱਧੇ ਰੱਖਣਾ। ਜੋ ਛੋਟੇ ਆ ਪ੍ਰਭੂ ਜੀ, ਤੇਰੀ ਬਰਕਤ, ਤੇਰੇ ਰਹਿਮ ਦੇ ਵਿੱਚ ਬਣੇ ਰਹਿਣ। ਜੋ ਵੱਡੇ ਆ ਖੁਦਾਵੰਦ, ਤੇਰੀ ਆਤਮਾ ਦਾ ਬਚਾਅ ਉਹਨਾਂ ਦੇ ਨਾਲ ਨਾਲ ਬੁਰੇ ਔਰ ਬੁਰਾਈ ਤੋਂ ਬਚਾਉਣਾ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖਣਾ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਔਰ ਸਾਰੇ ਬਣਾ ਕੇ। ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਹੈ ਔਰ ਤੁਹਾਡੇ ਸਾਰਿਆਂ ਦੇ ਨਾਲ।